ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਮਹਿਫਲ ਦੇ ਵਿੱਚ। ਹੋਰ ਸੁਣਾਓ, ਸਿਹਤਾਂ ਠੀਕ ਨੇ? ਚੜ੍ਹਦੀ ਕਲਾ। ਤੁਸੀਂ ਸੁਣਾਓ ਜੀ। ਚਲੋ, ਸਭ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਸੇਵਾ ਕਰਨ ਵਾਲੇ ਵੀ ਹੋਏ ਨੇ ਅਤੇ ਦੁਨੀਆ ਨੂੰ ਠੱਗਣ ਵਾਲਿਆਂ ਦੀ ਤਾਂ ਤਾਦਾਦ ਬਹੁਤ ਜ਼ਿਆਦਾ ਹੈ। ਅਤੇ ਬਾਬੇ ਨਾਨਕ ਨੇ ਸੱਜਣ ਠੱਗ ਵਰਗਿਆਂ ਨੂੰ ਵੀ ਤਾਰ ਦਿੱਤਾ, ਹਾਂਜੀ, ਭੂਮੀ ਵਰਗਿਆਂ ਨੂੰ ਵੀ ਤਾਰ ਦਿੱਤਾ, ਹਾਂਜੀ, ਭੰਗਰਨਾਥ ਵਰਗਿਆਂ ਨੂੰ ਵੀ ਜਿਹੜਾ ਹੈ ਸੁਧਾਰ ਦਿੱਤਾ, ਜਿਹੜੇ ਧਰਮ ਦੇ ਨਾਂ 'ਤੇ ਠੱਗਦੇ ਸੀ। ਪਰ ਧਰਮ ਦੀ ਜਦੋਂ ਗੱਲ ਕਰਦੇ ਆ ਤਾਂ ਟੋਡਰ ਮੱਲ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ। ਇਹ ਗੱਲ ਵੱਖਰੀ ਹੈ ਕਿ ਸਾਡੇ ਸੋ ਕਾਲਡ ਜਥੇਦਾਰਾਂ ਨੇ ਜਾਂ ਸੋ ਕਾਲਡ ਸਾਡੀ ਕੌਮ ਦੇ ਆਗੂਆਂ ਨੇ ਜਿੰਨੀ ਉਹਦੀ ਕਦਰ ਪਾਉਣੀ ਚਾਹੀਦੀ ਸੀ ਜਾਂ ਜਿੰਨੇ ਉਹਦੇ ਇਤਿਹਾਸ ਦੇ ਵਿੱਚ ਚਰਚੇ ਹੋਣੇ ਚਾਹੀਦੇ ਸੀ ਉਹਨੇ ਨਹੀਂ ਹੋਏ, ਕਿਉਂਕਿ ਟੋਡਰ ਮੱਲ ਹੈ, ਹਾਂਜੀ। ਅਤੇ ਜੇ ਉਹਦੇ ਮਗਰ ਕੋਈ ਹੋਰ ਲੱਗਾ ਹੁੰਦਾ ਤਾਂ ਫਿਰ ਗੱਲ ਵੱਖਰੀ ਸੀਗੀ। ਜਿਹੜਾ ਮੌਜੂਦਾ ਸਮੇਂ ਦਾ ਟੋਡਰ ਮੱਲ ਹੈ ਉਹਦੀ ਗੱਲ ਕਰਨੀ ਬਣਦੀ ਹੈ, ਅੱਜ ਦਾ ਟੋਡਰ ਮੱਲ। ਕਿਉਂਕਿ ਧਰਮ ਕੀ ਹੈ? ਧਰਮ ਤਾਂ ਉਹੀ ਹੈ ਨਾ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਤਾਂ ਧਰਮ ਹੀ ਕਮਾਇਆ ਨਾ, ਜਿਹਦੇ ਵਿੱਚ ਉਹਨਾਂ ਨੇ ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨੀ ਹੈ। ਕਿਰਤ ਵੀ ਕੀਤੀ ਅਤੇ ਵੰਡ ਕੇ ਵੀ ਛਕਿਆ ਅਤੇ ਨਾਮ ਵੀ ਜਪਾਇਆ ਅਤੇ ਖੇਤੀ ਵੀ ਕੀਤੀ, ਹਾਂਜੀ। ਅੱਜ ਦਾ ਟੋਡਰ ਮੱਲ ਕਿਸਾਨ ਜਥੇਬੰਦੀਆਂ ਉਹਦੇ ਹੱਕ ਵਿੱਚ ਨਿਤਰੀਆਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਗੱਲ ਕਹਿ ਦਿਆਂ, ਭਾਵੇਂ ਕਿ ਅਸੀਂ ਇਹੋ ਜਿਹੇ ਵਿਸ਼ਿਆਂ 'ਤੇ ਮੈਂ ਗੱਲਾਂ ਹੁਣ ਘੱਟ ਖੁੱਲ੍ਹੀਆਂ ਕੀਤੀਆਂ ਨੇ, ਆਉਣ ਵਾਲੇ ਦਿਨਾਂ 'ਚ ਖੋਲ੍ਹਿਆ ਕਰਾਂਗੇ 5-7-10 ਮਿੰਟ ਲਾਈਨਜ਼, ਕਿ ਲੋਕਾਂ ਨੇ ਤੁਹੱਈਆ ਕਰ ਲਿਆ ਆਲਮੋਸਟ। ਤੁਸੀਂ ਸੋਸ਼ਲ ਨੈਟਵਰਕ ਮੀਡੀਆ 'ਤੇ ਵੇਖੋ, ਖੁੱਲ੍ਹ ਲੈਣ ਦਿਓ ਇਸ ਟੋਡਰ ਮੱਲ ਨੂੰ ਨਾ, ਐਰਕੀ ਉਹਦੀ ਸਹੀ ਕੀਮਤ ਮਿਲ ਜਾਵੇਗੀ ਜੋ ਉਹਨੇ ਕੀਤਾ ਕਿਸਾਨ ਜਥੇਬੰਦੀਆਂ ਵਾਸਤੇ। ਔਫਰਾਂ ਵੀ ਕੀਤੀਆਂ ਕਿ ਮੇਰੀ ਕੋਠੀ ਹੈ ਚੰਡੀਗੜ੍ਹ ਦੇ ਵਿੱਚ, ਮੋਹਾਲੀ 'ਚ ਆਈ ਥਿੰਕ ਸੋ, ਮੈਂ ਉਹ ਵੀ ਵੇਚ ਕੇ ਲਾ ਦੇਵਾਂਗਾ। ਕਿੰਨਾ ਸਿਰੜ ਆ ਉਹਦੇ ਕੋਲ, ਕਿੰਨਾ ਸਿਦਕ ਆ ਉਹਦੇ ਕੋਲ, ਕਿੰਨੀ ਉਹਦੇ ਕੋਲ ਪਾਵਰ ਹੈ। ਸਰਕਾਰ ਹੈ ਇੱਕ ਪਾਸੇ, ਸੈਂਟਰ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਉਹ ਫਿਰ ਵੀ ਲੱਗਾ ਹੋਇਆ ਅਤੇ ਉਹਦੇ ਨੁਕਸਾਨ ਕੀਤਾ ਜਾ ਰਿਹਾ, ਉਹਦਾ ਮਾਲੀ ਨੁਕਸਾਨ ਕੀਤਾ ਜਾ ਰਿਹਾ। ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਕੋਈ ਤੇ ਮਤਲਬ ਕੋਈ ਕੇਸ ਵੀ ਬਣ ਸਕਦੇ ਨੇ ਝੂਠੇ ਸੱਚੇ, ਪਰ ਅੱਜ ਦਾ ਉਹ ਟੋਡਰ ਮੱਲ ਬਣ ਕੇ ਨਿਕਲਿਆ। ਕੀ ਕਹਿਣਾ ਚਾਹੋਗੇ? ਗੋਲਡਨ ਹੱਟ ਸਰ, ਸਿੱਖ ਕੌਮ ਜਿਹੜਾ ਇਤਿਹਾਸ ਆ ਉਹ ਕੁਰਬਾਨੀਆਂ ਨਾਲ ਭਰਿਆ ਪਿਆ। ਉਹਨਾਂ ਲੋਕਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਵੀ ਕੀਤਾ ਤੇ ਜਿਨ੍ਹਾਂ ਨੇ ਨਵੰਬਰ 1984 ਦੇ ਵਿੱਚ ਜਿਹੜੇ ਸੀ ਉਹ ਸਿੱਖਾਂ ਨੂੰ ਗਲੇ ਟੈਰ ਪਾ ਕੇ ਸਾੜੇ। ਮੰਨ ਲਿਆ ਸੀ ਵੀ ਸਾਕਾ ਨੀਲਾ ਤਾਰਾ ਤੁਸੀਂ ਕਹਿੰਦੇ ਵੀ ਅੰਦਰ ਹਥਿਆਰਬੰਦ ਬਦਮਾਸ਼ ਬੈਠੇ ਸੀ, ਲੁਟੇਰੇ ਬੈਠੇ ਸੀ, ਜੋ ਮਰਜ਼ੀ ਬੈਠੇ ਸੀ, ਉਹਨਾਂ ਤੁਸੀਂ ਖਾਲੀ ਮੰਨ ਲਿਆ ਸੀ, ਮੰਨ ਲਿਆ। ਉਹਨਾਂ ਨੂੰ ਤੁਸੀਂ ਮਾਰਿਆ, ਅਕਾਲ ਤਖਤ 'ਚ ਆਇਆ, ਪਰ ਇਹਦਾ ਜਵਾਬ ਜ਼ਰੂਰ ਦੇ ਦਿਓ ਕਿ ਨਵੰਬਰ 1984 ਜਿਹੜੇ ਤੁਸੀਂ ਟਾਇਰਾਂ ਗਲੇ ਟਾਇਰ ਪਾ ਕੇ ਸਾੜੇ ਨੇ ਉਹਨਾਂ ਦੇ ਹੱਥ 'ਚ ਕੀ ਸੀ? ਕੀ ਉਹਨਾਂ ਕੋਲ ਬੰਦੂਕਾਂ ਸੀ? ਉਹਨਾਂ ਕੋਲ ਤੋਪਾਂ ਸੀ? ਲੇਕਿਨ ਸਿੱਖਾਂ ਨੇ ਕਦੀ ਵੀ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਆਪਣੀ ਜਿਹੜਾ ਨਾ ਪੱਲਾ ਭਲਾਈ ਦਾ ਨਹੀਂ ਛੱਡਿਆ, ਸੇਵਾ ਨਹੀਂ ਛੱਡਿਆ, ਸੇਵਾ ਫਿਰ ਕੀਤੀ। ਕੀ ਹੋਇਆ ਐਤਕੀ ਜਦੋਂ ਆਕਸੀਜਨ ਜਿਹੜੀ ਸੀ ਗੁਰਦੁਆਰੇ ਜਾਣੀ ਸ਼ੁਰੂ ਕਰਤੀ ਵੀ ਜਿਹਨੂੰ ਆਕਸੀਜਨ ਨਹੀਂ ਹੈਗੀ ਉਹ ਆਪਣਾ ਮਰੀਜ਼ ਲੈ ਕੇ ਅਸੀਂ ਆਕਸੀਜਨ ਲਵਾਂਗੇ, ਆਕਸੀਜਨ ਫਿਲਟਰ ਸਾਡੇ ਕੋਲ ਲੈ ਕੇ ਇੱਥੋਂ ਆ ਗਈ, ਕੋਈ ਗੱਲ। ਉਦੋਂ ਵੀ ਲਿਖਣ ਵਾਲਿਆਂ ਨੇ ਲਿਖਿਆ ਸੀ ਜਿਨ੍ਹਾਂ ਲੋਕਾਂ ਨੇ 1984 'ਚ ਗੁਰਦੁਆਰੇ ਨੂੰ ਸਾੜਿਆ, ਅੱਜ ਉਹਨਾਂ ਗੁਰਦੁਆਰੇ 'ਚ ਆਕਸੀਜਨ ਲੱਭ ਰਹੇ ਨੇ। ਤੇ ਦੀਵਾਨ ਟੋਡਰ ਮੱਲ ਦਾ ਜਿਹੜਾ ਇਤਿਹਾਸ ਆ ਉਹ ਬੜਾ ਨਵੇਕਲਾ, ਬੜਾ ਸਤਿਕਾਰਯੋਗ ਤੇ ਵਿਲੱਖਣ ਪ੍ਰਕਾਰ ਦਾ ਇਤਿਹਾਸ ਹੈ, ਜਿਹਦੀ ਜਹਾਜ਼ ਸੰਭਾਲਣ ਵਾਸਤੇ ਸਾਡੇ ਕੋਲ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਬਿਲਕੁਲ। ਹੁਣ ਰਾਮ ਸਿੰਘ ਜਿਹੜਾ ਵਾ, ਰਾਮ ਸਿੰਘ ਰਾਣਾ, ਉਹਨੂੰ ਉੱਥੇ ਕੁਛ ਲੋਕਾਂ ਨੇ ਕਿਹਾ ਜੀ ਇਹ ਅੱਜ ਦਾ ਟੋਡਰ ਮੱਲ, ਜਿਹਨੇ ਆਪਣਾ ਇੱਕ ਹੋਟਲ ਜਿਹਦੇ ਤੋਂ ਦਿਹਾੜੀ ਦੇ ਵਿੱਚ ਲੱਖ ਰੁਪਇਆ 1.5 ਲੱਖ ਰੁਪਇਆ ਕਮਾਉਂਦਾ ਸੀ, ਉਹਨੇ ਕਿਹਾ ਜੀ ਆਹ ਰੈਸਟੋਰੈਂਟ ਤੁਹਾਡੇ ਕੋਲੇ ਆ, ਜੋ ਮਰਜ਼ੀ ਬਣਾਓ, ਜੋ ਮਰਜ਼ੀ ਖਾਓ, ਇੱਥੇ ਰੈਸ਼ ਕਰੋ, ਜੋ ਮਰਜ਼ੀ ਕਰੋ, ਤੁਹਾਨੂੰ ਸਭ ਕੁਝ ਦਿੱਤਾ। ਆਪਣੀ ਜਾਇਦਾਦ ਦਿੱਤੀ ਉਹਨੇ।
फिर ये गल कह दी कि पानी की सप्लाई उन्हें 1100 के 11 यार मैं याद नहीं करने कैंपर मंगा ले रोज पानी का सर्दी जो आम पानी तो जो गर्मी अभी ठंडा पानी भर के भेजना भी लो जी पानी लो अपना उतो कैंपर जो पिया होना सी खाली चुक लिया भरिया रखो दुध की सप्लाई दी जिथे ते लंगर चलते थे आगे गड्डी खलो जाती थी जिन्हें चाहिए उधर तक लै जाओ असी भी दुर्बर की जिस बारे अभी पहला गल कर चुके हो राजेवाल साहब भी दस चुके थे आज जे उस दीवान टोडर मल के दूसरे रूप से भीड़ बनी है तो मैं सोचता भी नौजवानों ने भी पजा के रखती कल कुरुक्षेत्र या गोल्डन हट का जो रस्ता बंद किया उत्थे बड़ा तकड़ा मुजाहरा किया गया जी कारण की है सरकार को वार्निंग की गई भाई इमीडिएटली एक तुसीं इत्थे पत्थर ना चुको इहनूं जदों डीसी को गए तो डीसी पता की कहता जी ये जिन्ने बाकी है वो भी सारे बंद कर देने कहते बंद क्यों कर देने तुहाडा नुकसान की कर दे तुसीं बाकियां दी भी गल करदे जे वो रोड से जा रहे लोगों को प्रसादा छका रहे ने भावें वो पैसे लै रहे ने जिथे जो तुहानूं कोई मिले ना चीज पानी ना मिले चाह ना मिले तो हालत की होंदी उदों जे तुसीं बंद ही करनी सी पहला इजाजत को दित्ती बिल्कुल हुण तुसीं चाहुंदे की हो नाले पट्टी साहब सॉरी टू इंटरप्ट मेरे को विसर ना जाए ਤੁਹਾਡੇ ਬਾਏ ਲਾ ਉੱਥੇ ਉਹ ਬਿੱਲ ਕੱਟਦੇ ਨੇ ਤੇ ਗਵਰਨਮੈਂਟ ਨੂੰ ਟੈਕਸ ਦਿੰਦੇ ਨੇ ਤੁਸੀਂ ਦੇਖੋ ਸਹੀ ਬਿਲਕੁਲ 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 ਗਵਰਨਮੈਂਟ ਨੂੰ ਟੈਕਸ ਦਿੰਦੇ ਨੇ ਉਹਨਾਂ ਦੇ ਕੋਲ ਬਿਲਕੁਲ ਜਿਹੜਾ ਵਾ ਉਸ ਤੁਸੀਂ ਕਿਸੇ ਵੀ ਢਾਬੇ ਤੋਂ ਰੋਟੀ ਖਾਣੇ ਹੋ ਤੁਹਾਨੂੰ ਟੈਕਸ ਚਾਰਜ ਕੀਤਾ ਜਾਂਦਾ ਤੇ ਸਰਕਾਰ ਨੂੰ ਪੇ ਕਰਦੇ ਨੇ ਕਿੱਦਾਂ ਕਰ ਦੇਣਗੇ ਬੰਦ ਇਹ ਤਾਂ ਸ਼ਰੇਆਮ ਧੱਕਾ ਨਹੀਂ ਉਹ ਡੀਸੀ ਕੋਲ ਬਹਾਨਾ ਕੋਈ ਹੋਰ ਹੈ ਨਹੀਂ ਸੀ ਗੱਲ ਕਹਿਣ ਉਹਨਾਂ ਕਿਹਾ ਡੀਸੀ ਸਾਹਿਬ ਇਹਨਾਂ ਨੂੰ ਇਮੀਡੀਏਟਲੀ ਹਟਾ ਦਿਓ ਨਹੀਂ ਤੇ 2 ਜੁਲਾਈ ਤੋਂ ਤੁਹਾਡੇ ਬੂਹੇ ਅੱਗੇ ਪੱਕਾ ਮੋਰਚਾ ਕਿਸਾਨਾਂ ਦਾ ਲੱਗ ਜਾਏਗਾ ਲੋੜ ਪਈ ਤੇ ਮੁੱਖ ਮੰਤਰੀ ਦੇ ਸਾਹਮਣੇ ਥੋੜੇ ਮੋਰਚਾ ਲਾਵਾਂਗੇ ਤੇ ਇੱਕ ਫਿਰ ਉਹਨਾਂ ਇਹ ਵੀ ਗੱਲ ਕਹੀ ਕਿ ਜੇ 26 ਨਵੰਬਰ ਤੋਂ ਰਸਤੇ ਤੇ ਹੀ ਸ਼ੰਭੂ ਬਾਰਡਰ ਤੋਂ ਆਉਂਦੇ ਸਿੰਘੂ ਬਾਰਡਰ ਤੱਕ ਜਾਂਦੇ ਕਿੰਨੇ ਤੁਸੀਂ ਰਸਤੇ 'ਚ ਪੱਥਰ ਰੱਖੇ ਸੀ ਜੇ ਅਸੀਂ ਉਹ ਹਟਾ ਸਕਦੇ ਤੇ ਅੱਜ ਕੁਝ ਵੀ ਨਹੀਂ ਹੈ ਕਿ ਸਾਡੇ ਵਾਸਤੇ 5 ਮਿੰਟਾਂ ਦਾ ਕੰਮ ਲੇਕਿਨ ਅਸੀਂ ਵੀ ਚਾਹੁੰਦੇ ਸੀ ਕਾਨੂੰਨ ਹੱਥ ਲਈਏ ਤੁਸੀਂ ਆਪੇ ਰੱਖਿਆ ਆਪੇ ਹੀ ਢਾਓ ਤੇ ਰਾਣਾ ਰਾਮ ਸਿੰਘ ਕਿਹਾ ਵੀ ਵੇਖੋ ਜੀ ਜੋ ਤੁਸੀਂ ਮੇਰੇ ਵਾਸਤੇ ਕਰਤਾ ਕਰ ਨਹੀਂ ਸਕਦਾ ਕੋਈ ਮੈਂ ਤੁਹਾਡਾ ਧੰਨਵਾਦੀ ਆ ਤੁਸੀਂ ਮੇਰੇ ਪਿੱਛੇ ਖੜੇ ਹੋ ਕੰਧ ਬਣ ਕੇ ਖੜੇ ਹੋ ਤੁਸੀਂ ਮੇਰੇ ਲੇਕਿਨ ਮੈਂ ਸਰਕਾਰ ਨੂੰ ਇਹ ਕਹਿ ਦਿਆਂ ਭਾਈ ਸਰਕਾਰ ਮੇਰਾ ਕੋਈ ਐਕਸੀਡੈਂਟ ਕਰਾ ਦੇਵੇ ਮੈਨੂੰ ਕਿਸੇ ਤੇ ਕਿਆ ਮਰਵਾ ਦੇਵੇ ਤੇ ਭਾਵੇਂ ਇਹ ਸੇਵਾ ਬੰਦ ਹੋ ਜੇ ਲੇਕਿਨ ਜਿੰਨਾ ਚਿਰ ਮੇਰੇ ਖੂਨ 'ਚ ਆਖਰੀ ਖਤਰਾ ਇਹ ਸੇਵਾ ਜਿਹੜੀ ਆ ਕੈਂਪਰ ਜਿਹੜਾ ਪਾਣੀ ਵਾਲਾ ਦੁੱਧ ਵਾਲਾ ਤੇ 25 ਕਿਲੋ ਆਟਾ ਤੋੜਾ ਜਿਹੜਾ ਵਾ ਉਹ ਹਰ ਦੇ ਕੋਲ ਪਹੁੰਚਦਾ ਰਹੇਗਾ ਦੇਖੋ ਕਿੱਡੀ ਸੋਚ ਹੈ ਵੌਇਸ ਆਫ ਸਿਟੀ 1320 ਦੋਸਤੋ ਤੁਸੀਂ ਇਸ ਵਕਤ ਸੁਣਦੇ ਜਾ ਰਹੇ ਹੋ ਕਿ ਸਵਾਲ ਤੁਹਾਡੇ ਵੀ ਹੋ ਸਕਦੇ ਨੇ ਸਵਾਲ ਸਾਡੇ ਕੋਲ ਵੀ ਹੋਰ ਨੇ ਕੋਈ ਸਵਾਲ ਨਹੀਂ ਅਸੀਂ ਡਿਸਕਸ ਕਰ ਚੁੱਕੇ ਹਾਂ ਪਰ ਫਿਰ ਵੀ ਉਹਨਾਂ ਨੂੰ ਦੁਬਾਰਾ ਅਸੀਂ ਰਿਪੀਟ ਕਰਾਂਗੇ ਪਰੰਤੂ ਕੋਰੋਨਾ ਨਾਲ ਭਾਰਤ ਵਿੱਚ ਮਰਨ ਵਾਲਿਆਂ ਨੂੰ ਸਰਕਾਰ ਨੇ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਤੋਂ ਕੀਤਾ ਇਨਕਾਰ ਸੁਪਰੀਮ ਕੋਰਟ ਨੇ ਫੈਸਲਾ ਲਿਆ ਕੱਲ੍ਹ ਇਸ ਗੋਲਡਨ ਹੱਟ ਵਾਲੇ ਵੀਰ ਜਿਸ ਨੂੰ ਟੋਡਰ ਮਲ ਦਾ ਖਿਤਾਬ ਮਿਲ ਗਿਆ ਇਹਦੇ ਬਾਰੇ ਇੱਕ ਵੀਰ ਨੇ ਆ ਕੇ ਇਹ 'ਤੇ ਵੀ ਗੱਲ ਕਹੀ ਸੀ ਅਸੀਂ ਵੀ ਕਿਹਾ ਸੀ ਇਹ ਖੁੱਲ੍ਹ ਲੈਣ ਦਿਓ ਦਿੱਲੀ ਤੋਂ ਪੰਜਾਬ ਤੱਕ ਜਾਂਦੇ ਜਿਹੜੇ ਵੱਖ-ਵੱਖ ਢਾਬੇ ਨੇ ਜੇ ਕਿਸੇ ਵੀ ਤਰ੍ਹਾਂ ਦੇ ਨਾਲ ਕਿਸਾਨਾਂ ਨਾਲ ਮੋਹ ਰੱਖਣ ਵਾਲਾ ਤੇ ਇੱਥੇ ਝੰਡੀਆਂ ਲੈ ਕੇ ਵੱਡੀਆਂ ਵੱਡੀਆਂ ਰੈਲੀਆਂ ਕੱਢਣ ਵਾਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਗਦੀ ਜ਼ਮੀਰ ਵਾਲਾ ਕਿਸਾਨਾਂ ਨੂੰ ਪਿਆਰ ਕਰਨ ਵਾਲਾ ਮੋਹ ਕਰਨ ਵਾਲਾ ਚਾਹੇ ਉਸ ਨੂੰ ਕੁਝ ਕਿਲੋਮੀਟਰ ਗੱਡੀ ਮੋੜ ਕੇ ਅੰਦਰਲੇ ਪਾਸੇ ਜਾ ਕੇ ਇਸ ਗੋਲਡਨ ਹੱਟ ਤੋਂ ਪ੍ਰਸ਼ਾਦਾ ਛਕਣਾ ਪਿਆ ਨਾ ਪੈਸੇ ਦੇ ਕੇ ਛਕੂਗਾ ਜਿਹਦੀ ਜ਼ਮੀਰ ਜਾਗਦੀ ਹੈ ਜਿਨ੍ਹਾਂ ਨੇ ਜ਼ਮੀਰਾਂ ਬਾਕੀਆਂ ਨੂੰ ਗਹਿਣੇ ਪਾਈਆਂ ਮਰੀਆਂ ਹੋਈਆਂ ਨੇ ਉਹਨਾਂ ਦਾ ਕੋਈ ਕਹਿ ਨਹੀਂ ਸਕਦੇ ਉਹ ਜ਼ਰੂਰ ਛਕੂਗਾ ਇਹਦਾ ਮੁੱਲ ਤਾਰੂਗਾ
ਇਹ ਪੱਥਰ 'ਤੇ ਲਿਖੀ ਗੱਲ ਆ, ਸਿੱਧੀ ਤੁਸੀਂ ਦੇਖ ਲਓ, ਤਾਰੂਗਾ। ਜੇ ਅਸੀਂ ਵੱਡੀਆਂ ਵੱਡੀਆਂ ਹਵੇਲੀਆਂ ਵਾਲਿਆਂ ਦੇ ਸੁੱਤੇ ਪਿਆ ਦੇ ਮੂੰਹ ਚੱਟੀ ਜਾਂਦੇ ਹਾਂ, ਅਤੇ ਇਹ ਕੌਮ ਨੂੰ ਖੜਨ ਵਾਲਾ ਕਿਹੜੀ ਕੌਮ? ਤੁਹਾਡੀ। ਨੋ ਫਾਰਮਰ ਨੋ ਫੂਡ। ਤੁਸੀਂ ਆਪ ਹੀ ਕਹਿੰਦੇ ਨੇ ਕਿਸਾਨ ਨਹੀਂ ਤੇ ਅੰਨ ਨਹੀਂ, ਅਤੇ ਉਹ ਉਹਨਾਂ ਤੱਕ ਪਹੁੰਚਦਾ। ਅਸੀਂ ਹੁਣ ਵੇਖਦੇ ਹਾਂ, ਅਤੇ ਉਸ ਵਕਤ ਲਹਿਰ ਸੀ, ਅਤੇ ਉਦੋਂ ਕਿਵੇਂ ਲੋਕ ਉੱਥੇ ਖੜ੍ਹੇ ਸਨ, ਜਿਵੇਂ ਆਪਾਂ ਤੁਹਾਡੇ ਨਾਲ ਵੀ ਗੱਲ ਕਰਦੇ ਸਾਂ, ਤੁਸੀਂ ਵੀ ਗਏ ਉੱਥੇ ਵੇਖ ਕੇ ਆਏ। ਅੱਜ ਉਹਨਾਂ ਨੂੰ ਅਸਲੀ ਮਰਜੀਵੜੇ ਨੇ ਜਿਹੜੇ ਮੋਰਚਾ ਲਾ ਕੇ ਬੈਠੇ ਨੇ। ਹਾਂਜੀ, ਚਾਹੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਜੋ ਮਰਜ਼ੀ ਲੋਕੀ ਕਹੀ ਜਾਣ, ਅਸਲੀ ਮਰਜੀਵੜੇ ਨੇ ਬੈਠੇ ਜਿਹੜੇ ਉੱਥੇ। ਹੁਣ ਪਰਖ ਹੋ ਰਹੀ ਆ। ਹਾਂਜੀ, ਹੁਣ ਪਰਖ ਹੋ ਰਹੀ ਹੈ ਉੱਥੇ, ਤਪਦੀ ਗਰਮੀ ਦੇ ਵਿੱਚ ਐਨ ਨੰਗੀ ਧੁੱਪ 'ਚ ਬੈਠੇ ਨੇ। ਇਸ ਵਕਤ ਪਰਖ ਹੋ ਰਹੀ ਹੈ। ਪਰ ਵੇਖੋ ਉਹਦੇ ਜਿਹੜੀ ਉਹਦੀ ਕੁਰਬਾਨੀ ਹੈ, ਉਹਨੂੰ ਅੰਜਾਈ ਨਹੀਂ ਜਾਣ ਦਿੱਤਾ ਜਾਵੇਗਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਆਵਾਜ਼ ਉੱਠ ਰਹੀ ਹੈ। ਤੁਸੀਂ ਦੇਖਿਓ ਭੱਟੀ ਸਾਹਿਬ। ਜੀ ਜੀ ਜੀ, ਮੈਂ ਜਾਗਦੀ ਜ਼ਮੀਰ ਵਾਲਿਆਂ ਦੀ ਗੱਲ ਕਰ ਰਿਹਾ, ਜਿਹੜੀ ਮਰੀ ਜ਼ਮੀਰ ਵਾਲੇ ਉਹਨਾਂ ਦੀ ਨਹੀਂ ਗੱਲ ਕਰ ਰਿਹਾ। ਅੱਛਾ, ਤੁਸੀਂ ਹੁਣ ਮੈਂ ਪੁੱਛਿਆ ਸੀਗਾ ਕਿ ਜਿਹੜਾ ਖਾਸ ਤੌਰ 'ਤੇ ਕਰੋਨਾ ਨਾਲ ਜਿਹੜੇ ਮਰਨ ਵਾਲਿਆਂ ਨੂੰ ਸਰਕਾਰ ਨੇ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਤੋਂ ਇਨਕਾਰ ਕੀਤਾ, ਅਤੇ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ। ਕੀ ਕਹਿਣਾ ਚਾਹੋਗੇ? ਕੁਛ ਵਕੀਲਾਂ ਨੇ ਇੱਕ ਦੋ ਨੇ ਇਕੱਠੇ ਹੋ ਕੇ ਇੱਕ ਕੇਸ ਪਾਇਆ ਸੀ ਵੀ ਸਰਕਾਰੀ ਰਿਕਾਰਡ ਦੇ ਮੁਤਾਬਕ 3,85,000 ਜਿਹੜੇ ਲੋਕ ਨੇ ਉਹ ਕਰੋਨਾ ਦੀ ਬਿਮਾਰੀ ਦਾ ਪੀੜਤ ਬਣੇ ਨੇ, ਤੇ ਜਿਹੜਾ ਰਾਹਤ ਪੀੜਤ ਫੰਡ ਰੱਖਿਆ ਜਾਂਦਾ ਵਾ ਉਹਦੇ ਵਿੱਚੋਂ ਇਹਨਾਂ ਨੂੰ 4 ਲੱਖ ਰੁਪਇਆ ਇਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ। ਤੇ ਸਰਕਾਰ ਨੇ ਜਾ ਕੇ ਸੁਪਰੀਮ ਕੋਰਟ ਜਿਹੜਾ ਜਵਾਬਨਾਮਾ ਪੇਸ਼ ਕੀਤਾ, ਉਹਨੇ ਕਿਹਾ ਜੀ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਨਹੀਂ ਦੇ ਸਕਦੇ, ਜੇ ਇਹ ਦੇਤੇ ਤੇ ਬਾਕੀ ਸਾਰੇ ਸਾਡੇ ਕੰਮ ਖੜ ਜਾਣਗੇ, ਇਸ ਕਰਕੇ ਇਹਨਾਂ ਨੂੰ ਅਸੀਂ ਅਦਾ ਨਹੀਂ ਕਰ। ਤੇ ਵਕੀਲ ਨੇ ਪੁੱਛਿਆ ਵੀ ਕਾਹਦੇ ਦਾ ਕਰ ਸਕਦੇ ਤੁਸੀਂ? ਫੰਡ ਰਾਹਤ ਫੰਡ ਰੱਖਿਆ, ਤੁਸੀਂ ਕਾਹਦੇ ਵਾਸਤੇ ਰੱਖਿਆ ਹੁੰਦਾ? ਉਹ ਕਹਿੰਦੇ ਸਿਰਫ ਭੁਚਾਲ ਵਾਸਤੇ ਤੇ ਹੜ੍ਹ ਪੀੜਤਾਂ ਨੂੰ ਦਿੱਤਾ ਜਾ ਸਕਦਾ। ਕਹਿੰਦੇ ਜੀ ਗੱਲ ਤੇ ਆਫਤ ਦੀ ਆਉਣ ਦੀ ਹੈ, ਪੈਂਡੇਮਿਕ ਦੀ ਹੈ, ਮਹਾਂਮਾਰੀ ਆਈ ਆ, ਤੁਸੀਂ ਕਹਿੰਦੇ ਵੀ ਰਾਹਤ ਨਹੀਂ ਦਿੱਤੀ ਜਾਂਦੀ, ਇਹ ਕਿਵੇਂ ਹੋ ਸਕਦਾ? ਤੁਸੀਂ ਜਿੰਨੀ ਦੇਣੀ ਉਨੀ ਦਿਓ। ਸੁਪਰੀਮ ਕੋਰਟ ਨੇ ਬਕਾਇਦਾ ਟਿੱਪਣੀ ਕੀਤੀ ਹੈ ਕਿ ਜਿਹੜੀ ਸਰਕਾਰ ਇਸ ਵੇਲੇ ਆਪਣੇ ਦੇਸ਼ ਦੇ ਲੋਕਾਂ ਦੀ ਬਾਂਹ ਨਹੀਂ ਫੜ ਸਕਦੀ, ਮਦਦ ਨਹੀਂ ਕਰ ਸਕਦੀ, ਉਹਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਸਕਦਾ। ਤੇ ਨਾਲ ਜਿਹੜਾ ਉਹਦਾ ਫੈਸਲਾ ਸੀ ਉਹ ਰਾਖਵਾ ਰੱਖ ਲਿਆ ਸੀ। ਰਾਖਵਾ ਉਹਦਾ ਫੈਸਲਾ ਆਉਂਦਾ ਹੈ ਜਾਂ ਨਹੀਂ ਆਉਂਦਾ ਤੇ ਇਹ ਤੇ ਪਤਾ ਨਹੀਂ। ਇੱਥੇ ਨੀਰਵ ਮੋਦੀ ਵਰਗੇ ਤੇ ਫਲਾਣੇ ਮੋਦੀ ਵਰਗੇ ਤੇ ਢੀਂਗੜੇ ਮੋਦੀ ਵਰਗੇ ਜਿਹੜੇ ਮੇਲ ਚੌਕਸੀ ਵਰਗੇ ਇੱਥੇ ਜਿਹੜਾ ਅਰਬਾਂ ਖਰਬਾਂ ਰੁਪਇਆ ਲੁੱਟ ਕੇ ਲੈ ਗਏ। ਔਰ ਜਦੋਂ ਤੁਸੀਂ ਸੱਤਾ ਚਾਹੇ ਤੁਸੀਂ ਕਿਹਾ ਸੀ ਕਿ ਜਿਹੜਾ ਵਿਦੇਸ਼ਾਂ ਸਵਿਸ ਬੈਂਕ 'ਚ ਪੈਸਾ ਪਿਆ ਉਹ ਵਾਪਸ ਲੈਂਦਾ ਜੋ ਕਾਲਾ ਧਨ, ਤੇ ਹਰ ਪਰਿਵਾਰ ਦੇ ਖਾਤੇ ਵਿੱਚ 15 ਲੱਖ ਰੁਪਏ ਜਾਊਗਾ। ਨਾ 15 ਲੱਖ ਲਿਆ, ਨਾ ਉਹ ਪੈਸੇ ਆਏ। ਅੱਜ ਉਹ ਪੈਸਾ ਉਹਨਾਂ ਬੈਂਕਾਂ 'ਚ ਦੁੱਗਣਾ ਹੋ ਗਿਆ ਬਾਹਰ ਜਾ ਕੇ। ਫਿਰ ਹੁਣ ਕਿਵੇਂ ਚਲ ਗਿਆ ਪੈਸਾ ਉਹਨਾਂ ਬੈਂਕਾਂ 'ਚ? ਲਿਆਉਣਾ ਤਾਂ ਵੱਖਰਾ, ਕਿਵੇਂ ਚਲ ਗਿਆ? ਤੁਸੀਂ ਇੱਥੇ ਉਹ ਲੋਕ ਲੁੱਟਮਾਰ ਕਰਕੇ ਚਲ ਜਾਣ ਤੇ ਉਹ ਤੁਸੀਂ ਕਹਿੰਦੇ ਵਧੀਆ ਕੀਤਾ। ਜੇ ਕਿਸੇ ਦੇਸ਼ ਦੇ ਆਮ ਨਾਗਰਿਕ ਨੂੰ ਭੀੜ ਪੈਂਦੀ ਹੈ ਤੁਸੀਂ ਕਹਿੰਦੇ ਸਾਡੇ ਕੋਲ ਹੈਗਾ ਕੁਛ ਨਹੀਂ। ਕੋਰਟ ਤੇ ਆਪਣੇ ਵੱਲੋਂ ਜਿੰਨੀ ਲਾਭਪਰਖ ਕਰਨੀ ਸੀ ਉਹਨੇ ਕੀਤੀ, ਲੇਕਿਨ ਕੋਰਟ ਨੂੰ ਚਾਹੀਦਾ ਵੀ ਕੁਛ ਨਾ ਕੁਛ 4 ਲੱਖ ਨਹੀਂ 2 ਲੱਖ ਜਾਂ ਲੱਖ ਜੋ ਵੀ ਆ ਉਹ ਆਦੇਸ਼ ਜ਼ਰੂਰ ਦੇਵੇ ਸਰਕਾਰ ਨੂੰ ਕਿ ਇਹਨਾਂ ਦੀ ਅਦਾਇਗੀ ਕੀਤੀ ਜਾਵੇ, ਕਿਉਂਕਿ ਲੋਕ ਇਨਸਾਫ ਲੈਣ ਵਾਸਤੇ ਕੋਰਟ ਜਾਂਦੇ ਆ ਤੇ ਕੋਰਟ ਦਾ ਕੰਮ ਇਨਸਾਫ ਕਰਨਾ ਜੀ। ਤਾਂ ਅੱਗੇ ਵੇਖੋ ਦਬਾਅ ਉਠਾ ਕੇ ਫੈਸਲਾ ਦਿੰਦੇ ਕਿ ਆਪਣੇ ਆਪ ਦਿੰਦੇ ਫੈਸਲਾ ਜੀ। ਭੱਟੀ ਸਾਹਿਬ ਇੱਕ ਕਾਲ ਹੈ, ਦੇਖਦੇ ਆ ਵੌਇਸ ਆਫ ਸਿਟੀ 3020 ਐਮ ਤੇ ਅੱਗੇ ਵੇਖੋ ਦਬਾਅ ਉਠਾ ਕੇ ਫੈਸਲਾ ਦਿੰਦੇ ਕਿ ਆਪਣੇ ਆਪ ਦਿੰਦੇ ਫੈਸਲਾ ਜੀ। ਭੱਟੀ ਸਾਹਿਬ ਇੱਕ ਕਾਲ ਹੈ, ਦੇਖਦੇ ਆ ਵੌਇਸ ਆਫ ਸਿਟੀ 3020 ਐਮ ਤੇ ਕਾਲਰ ਨੇ। ਵੈਲਕਮ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਚਾਵਲਾ ਸਾਹਿਬ, ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਸਵਾਲ ਜੀ? ਮੇਰਾ ਸਵਾਲ ਹੈ ਵੀ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਤੇ ਸਿੱਧੂ ਸਾਹਿਬ ਵੀ ਤੇ ਸਾਰੇ MLA ਸਾਰੀ ਕੈਬਨਿਟ ਜਿਹੜੀ ਉੱਥੋਂ ਕਾਂਗਰਸ ਦੇ ਸਾਰੇ ਬੰਦੇ ਦਿੱਲੀ ਤੋਂ ਮੁੜ ਕੇ ਵਾਪਸ ਆ ਗਏ ਨੇ।
ਉਹਨਾਂ ਨੇ ਕਿਹਾ ਵੀ ਅਸੀਂ 8 ਜਾਂ 10 ਮਈ ਨੂੰ ਦੱਸਾਂਗੇ ਜਾ ਕੇ। ਮੈਂ ਪੱਟੀ ਸਾਹਿਬ ਤੁਹਾਡੇ ਕੋਲ ਇਹ ਪੁੱਛਣਾ ਹੈ ਕਿ ਇਹਦੇ ਵਿੱਚ ਸਿੱਧੂ ਸਾਹਿਬ ਕਮਾ ਕੇ ਆਏ ਨੇ ਜਾਂ ਕੈਪਟਨ ਸਾਹਿਬ ਕਮਾ ਕੇ ਆਏ ਨੇ ਜਾਂ ਕੁਝ ਪੱਲੇ ਪਿਆ ਇਹਨਾਂ ਦੇ ਕਿ ਨਹੀਂ ਪਿਆ ਇਹਨਾਂ ਦਾ, ਤੁਸੀਂ ਪਚੀ ਦੱਸ ਦਿਓ। ਬਾਕੀ ਜਿਹੜਾ ਤੁਹਾਨੂੰ ਕੱਲ ਸਵਾਲ ਪੁੱਛਿਆ ਸੀ ਨਾ ਉਹਦਾ ਜਵਾਬ ਮੈਨੂੰ ਅੱਜ ਮਿਲ ਗਿਆ, ਪੇਪਰ 'ਚ ਆ ਗਿਆ ਸੀ ਵੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਐਕਸਪਰਟ ਬੰਦਾ ਲੈ ਕੇ ਆ ਸਕਦੇ ਹੋ ਨਾਲ। ਹਾਂ ਮਿਹਰਬਾਨੀ, ਥੈਂਕ ਯੂ ਜੀ। ਉਹ ਕਰਤੀ ਸੀ ਗੱਲ, ਅਸੀਂ ਪਹਿਲੇ ਕਰਤੀ ਸੀ। ਥੈਂਕ ਯੂ ਜੀ। ਹਾਂਜੀ ਪੱਟੀ ਸਾਹਿਬ, ਜਿਹੜੀ ਗੱਲ ਇਹਨਾਂ ਕਹੀ ਆ ਜੀ, ਮੈਂ ਕਿਹਾ ਜੀ ਜਿਹੜੇ ਪੰਜਾਬ ਦੇ ਲੋਕ ਉਹਨਾਂ ਦਾ ਸਭ ਕੁਝ ਗੁਆਚਿਆ ਹੀ ਗੁਆਚਿਆ। ਸਿੱਧੂ ਨੂੰ ਕੁਛ ਹਾਸਲ ਹੋਇਆ ਜਾਂ ਕੈਪਟਨ ਨੂੰ ਹਾਸਲ ਹੋਇਆ ਉਹ ਅਲੱਗ ਬਾਤ। ਪੰਜਾਬ ਦਾ ਗੁਆਚਿਆ ਹੀ ਗੁਆਚਿਆ, ਪੰਜਾਬ ਨੂੰ ਕੁੱਖ ਨਹੀਂ ਮਿਲਿਆ। ਜਦੋਂ ਸਾਰੇ ਸਿੱਧੂ ਦੇ ਹੱਥ 'ਚ ਭੁਗਤਣ ਡਏ ਆ, ਹਰੀਸ਼ ਰਾਵਤ ਨੇ ਕਹਿਤਾ ਵੀ ਸਿੱਧੂ ਨੇ ਮਾੜਾ ਕੀ ਕਿਹਾ ਦੱਸੋ ਮੈਨੂੰ। ਉਹਨੇ ਇਹੀ ਗੱਲ ਕਹੀ ਵੀ ਜਿਹੜੀਆਂ ਆਪਾਂ ਵਾਅਦੇ ਕੀਤੇ ਸੀ, ਟਰਾਂਸਪੋਰਟ ਮਾਫੀਆ ਜਿਹੜਾ ਸੀ ਉਹਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ, ਅਕਸਾਈ ਦਾ ਕੀਤਾ ਸੀ ਆਪਾਂ, ਫਿਰ ਰੇਤ ਬਚਾਉਣ ਦਾ ਮਾਮਲਾ ਕੀਤਾ ਸੀ, ਤੇ ਜਿਹੜਾ ਹੈਗਾ ਕੇਬਲ ਮਾਫੀਆ ਸੀ ਉਹਨੂੰ ਫੜਨ ਦੀ ਗੱਲ ਕੀਤੀ ਸੀ, ਬੇਅਦਬੀ ਵਾਲਿਆਂ ਨੇ ਜਿਹੜਾ ਸੀ ਉਹ ਇਨਸਾਫ ਦੇਣ ਦੀ ਗੱਲ ਕੀਤੀ। ਉਹਦੇ ਮਾੜਾ ਉਹਨੇ ਇਹੀ ਗੱਲ ਕੀ ਹੈ, ਬਾਕੀ ਦੀ ਗੱਲ ਕਹੀ ਕੋਈ ਨਹੀਂ। ਫੇਰ ਵੀ ਅਸੀਂ ਵੀਡੀਓ ਬਣਾਈ, ਉਹਦੀ ਅਸੀਂ ਵਾਚ ਕਰਾਂਗੇ। ਇਸ ਵੇਲੇ ਹਾਈ ਕਮਾਂਡ ਜਿਹੜੀ ਆ ਪੂਰੀ ਤਰ੍ਹਾਂ ਸਿੱਧੂ ਦੇ ਹੱਕ 'ਚ ਖਲੋਤੀ ਹੈ ਤੇ ਸਿੱਧੂ ਇੱਕ ਵਾਹਿਦ ਬੰਦਾ ਵਾ ਜਿਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ। ਜਿਹੜੀ ਗੱਲ ਤੁਸੀਂ ਗੱਲ ਕਹੀ ਆ ਕਿ ਖੱਟਿਆ ਤੇ ਜਹਾਲ ਦੀ ਗੜੀ ਕਿਸੇ ਨੇ ਵੀ ਨਹੀਂ ਗਈ। ਖੱਟਣਗੇ ਤੱਜ ਇਹਨਾਂ ਦੇ ਪਿੜ ਪੱਲੇ ਕੁਛ ਪਾਊ। ਪੇੜ ਪੱਲੇ ਪਾਉਣਾ ਪੰਜਾਬ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਕਿਹਦੇ ਤੇ ਮੋਹਰ ਲੱਗਦੀ ਆ ਉਹ ਤੇ ਸਮਾਂ ਦੱਸੂਗਾ। ਹਾਲ ਦੀ ਘੜੀ ਇਹ ਜ਼ਰੂਰ ਸਿੱਧੂ ਕਹਿ ਸਕਦਾ ਕਿ ਵੇਖੋ ਕੈਪਟਨ ਦੀ ਮੈਂ ਪੇਸ਼ੀ ਕਰਾਤੀ, ਕੈਪਟਨ ਦਾ ਮੈਂ ਉਹ ਕਰਾਤਾ, ਮੈਂ ਕੈਪਟਨ ਜੇ ਕਰਾਤਾ। ਲੇਕਿਨ ਕੈਪਟਨ ਦੀ ਟਨਿਓਰ ਜਿਹੜੀ 2002 ਤੋਂ ਲੈ ਕੇ 2007 ਤੱਕ ਰਹੀ ਸੀ, ਲੋਕਾਂ ਨੂੰ ਬੜਾ ਵਿਸ਼ਵਾਸ ਸੀ ਜੇ ਕੈਪਟਨ ਨੇ ਉਸ ਤਰ੍ਹਾਂ ਕੰਮ ਕੀਤਾ ਤੇ ਕੋਈ ਪੰਜਾਬ ਦਾ ਸੌਰ ਦੀ। ਲੇਕਿਨ ਕੈਪਟਨ ਸਾਹਿਬ ਪਤਾ ਨਹੀਂ ਅੱਜ ਕਿੱਥੇ ਸੁੱਤੇ ਰਹਿਣ। ਵਾਇਸ ਆਫ ਸਿਟੀ 1320 ਕੈਪਟਨ ਨੂੰ ਕਹਿ ਦਿੱਤਾ ਗਿਆ ਭਾਈ 18 ਮੁੱਦੇ ਹੀ ਇਮੀਡੀਏਟਲੀ ਪੂਰੇ ਕਰਕੇ ਲਿਆ। ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੀ 26 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੋ ਰਹੀ ਹੈ, ਸ਼ਾਇਦ ਕੈਪਟਨ ਤੇ ਕੁਝ ਕਰ ਦੇ। ਉੱਥੇ ਜਾਣੇ ਆ। ਇੱਕ ਮਿੰਟ, ਸਿੱਧੂ ਹੋਣਾ ਦੀ ਗੱਲ ਚੱਲ ਰਹੀ ਹੈ ਤਾਂ ਮੈਂ ਇੱਕ ਅਖਬਾਰ ਦੀ ਕਟਿੰਗ ਦਿਖਾਉਣਾ ਉੱਥੇ ਜਾਣੇ ਆ। ਇੱਕ ਮਿੰਟ, ਸਿੱਧੂ ਹੋਣਾ ਦੀ ਗੱਲ ਚੱਲ ਰਹੀ ਹੈ ਤਾਂ ਮੈਂ ਇੱਕ ਅਖਬਾਰ ਦੀ ਕਟਿੰਗ ਦਿਖਾਉਣਾ ਚਾਹੁੰਦਾ ਤੁਹਾਨੂੰ ਦੋਸਤੋ। ਉਹ ਅਖਬਾਰ ਦੀ ਕਟਿੰਗ ਆ ਸਾਡੇ ਇੱਥੋਂ ਦੇ, ਬੜੀ ਟੈਕਨੀਕਲੀ ਲੱਗੀ ਹੈ। ਖਬਰ ਨੂੰ ਤੁਸੀਂ ਪੜ੍ਹੋਗੇ ਤਾਂ ਸਰਦਾਰ ਬੇਅੰਤ ਸਿੰਘ ਧਾਲੀਵਾਲ ਨੇ, ਉੱਗੇ ਇੱਥੇ ਬਿਜ਼ਨਸਮੈਨ ਨੇ। ਚਲੋ, ਨਵਜੋਤ ਸਿੰਘ ਸਿੱਧੂ ਨੇ ਪ੍ਰਵਾਸੀਆਂ ਵਿੱਚ ਵੀ ਆਪਣੀ ਸਾਖ ਗਵਾਈ, ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ। ਅੱਛਾ, ਜਦੋਂ ਤੁਸੀਂ ਪਹਿਰਾ ਪੜ੍ਹੋਗੇ ਤੇ ਪਹਿਰੇ ਵਿੱਚ ਉਪਰੋਕਤ ਸ਼ਬਦ ਟੋਰਾਂਟੋ ਸਥਿਤ ਉੱਗੇ ਕਾਰੋਬਾਰੀ ਤੇ ਸਮਾਜ ਸੇਵੀ ਬੇਅੰਤ ਸਿੰਘ ਧਾਲੀਵਾਲ ਨੇ। ਇੱਥੇ ਸ਼੍ਰੋਮਣੀ ਅਕਾਲੀ ਦਲ ਗਾਇਬ ਕਰ ਦਿੱਤਾ ਗਿਆ, ਜਦੋਂ ਕਿ ਇਹਨਾਂ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ ਦੇ ਤੌਰ 'ਤੇ ਵੀ ਜਿਵੇਂ ਪ੍ਰਚਾਰਿਆ ਜਾਂਦਾ, ਜਾਂ ਇਹਨਾਂ ਨੂੰ ਪ੍ਰਧਾਨ ਵੀ ਕਿਹਾ ਜਾਂਦਾ, ਜਾਂ ਹੋਰ ਵੀ ਕਿਹਾ ਜਾਂਦਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਅਣਪਛਾਤੀ ਪੁਲਿਸ ਵਾਲੀ ਗੱਲ ਸੀ ਜਾਂ ਹੋਰ ਗੱਲਾਂ ਸੀ, ਉਦੋਂ ਇੱਕ ਨਾਰਾ ਕਰ ਗਏ ਸਨ ਸਰਦਾਰ ਜੀ। ਮੈਂ ਇੱਕ ਦੋ ਵਾਰੀ ਇਹਨਾਂ ਨੂੰ ਫੋਨ ਵੀ ਉਦੋਂ ਕੀਤੇ ਸੀ ਵੀ ਤੁਹਾਡੇ ਨਾਲ ਇੰਟਰਵਿਊ ਕਰਨੀ ਹੈ, ਕਿਉਂਕਿ ਤੁਸੀਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੇ ਤੌਰ 'ਤੇ ਮੰਨੇ ਜਾਂਦੇ ਹੋ, ਇਹਨਾਂ ਦੇ ਸਾਥੀ ਵੀ ਹੋਰ ਨੇ। ਉਹ ਛੱਡੋ ਜੀ, ਅਸੀਂ ਤਾਂ ਅਸਤੀਫੇ ਦੇ ਦਿੱਤੇ ਆ ਜੀ। ਹਾਂਜੀ, ਅਸੀਂ ਤਾਂ ਨਹੀਂ। ਫਿਰ ਸਮੇਂ ਫਿਰ ਇਹਨਾਂ ਦੀਆਂ ਖਬਰਾਂ ਲੱਗਦੀਆਂ ਰਹੀਆਂ। ਹੁਣ ਜਿਹੜੀ ਅਖਬਾਰ ਹੈ ਉਹ ਸਾਡੇ ਸ਼ਹਿਰ ਦੀ ਮੰਨੀ ਪ੍ਰਮੰਨੀ ਅੰਤਰਰਾਸ਼ਟਰੀ ਪੱਧਰ ਤੇ ਜਾਣੀ ਜਾਂਦੀ ਅਖਬਾਰ, ਉਹਦੇ ਵਿੱਚ ਖਬਰ ਲੱਗੀ ਹੈ। ਸੋ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਆਫ ਦੀ ਏਅਰ ਪਹਿਲਾਂ ਗੱਲ ਕਰਕੇ ਫਿਰ ਉਹਨੂੰ ਪ੍ਰੋੜਤਾ ਲਈ ਔਨ ਦੀ ਏਅਰ ਫੋਨ ਕਰਕੇ ਇੱਥੋਂ ਬੈਲ ਜਾਵੇਗੀ ਕਿ ਧਾਲੀਵਾਲ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਕਿ ਸ਼ਾਖ ਕਿੰਨੇ ਗਵਾਈ ਹੈ, ਕਿੰਨੇ ਨਹੀਂ ਬਣਾਈ, ਕਿੰਨੇ ਬਣਾਈ ਹੈ, ਕਿੰਨੇ ਨਹੀਂ ਬਣਾਈ। ਥੱਲੇ ਜੋ ਕਮੈਂਟਸ ਪੜ੍ਹਨ ਵਾਲੇ ਨੇ ਉਹ ਤੁਸੀਂ ਸਾਰੇ ਸੋਸ਼ਲ ਨੈਟਵਰਕ ਮੀਡੀਆ 'ਤੇ ਪੜ੍ਹ ਹੀ ਰਹੇ ਹੋ। ਸੋ ਬੜੀ ਸਤਿਕਾਰਯੋਗ ਸ਼ਖਸੀਅਤ ਨੇ। ਮੈਂ ਦੂਜੀ ਵਾਰੀ ਗੱਲ ਕਰ ਰਿਹਾ। ਹੁਣ ਤਾਂ ਇਹ ਸ਼ੋਅ ਰਿਪੀਟ ਹੋਣਾ ਹੈ। ਹੁਣ ਤਾਂ ਕੋਈ ਉਲਟੀ ਸਿਲਟੀ ਗੱਲ ਵੀ ਨਹੀਂ ਉਹਦੇ ਕੰਨਾਂ ਤੱਕ ਜਾ ਕੇ ਕਹਿ ਸਕਦੇ ਕਿ ਜੀ ਚਾਵਲਾ ਰਾਤੀ ਬੋਲ ਰਿਹਾ ਸੀਗਾ ਤੁਹਾਡੇ ਬਾਰੇ, ਬੋਲ ਰਿਹਾ ਸੀ। ਫਿਰ ਸਵੇਰੇ ਫੋਨ ਆਉਂਦਾ ਹੁੰਦਾ ਸੀ ਭਲਿਆ ਵੇਲਿਆਂ ਦੇ ਵਿੱਚ, ਚਾਵਲਾ ਜੀ ਰਾਤੀ ਤੁਸੀਂ ਕੁਝ ਬੋਲਿਆ। ਮੈਂ ਕਿਹਾ ਜੀ ਮੈਂ ਤਾਂ ਬੋਲਿਆ, ਜਾਂ ਮੇਰੇ ਕੰਨਾਂ ਤੱਕ ਤਾਂ ਕੋਈ ਹੋਰ ਆਵਾਜ਼ ਪਹੁੰਚੀ। ਮੈਂ ਕਿਹਾ ਜੀ ਅਗਲੇ 4 ਲਾ ਕੇ ਦੱਸਦੇ ਹੁੰਦੇ ਆ, ਤੁਸੀਂ ਸੁਣ ਲਓ।
मैं कल फिर बोल दूँ, हुण तां रिपीट हो जाना शो। सो धालीवाल साहब जे सुन रहे हो तो कॉल कर लो, नहीं तो फिर सवेरे आपां कॉल कर लांगे। काफ़ी समय बाद तुहाडी खबर लगी है, सो बड़ा मज़ा आएगा तुहाडे नाल इंटरव्यू करके। मेरा नंबर है 4167167794, तुहानूं याद ही होना। सो आपां कॉल लै लैने एक। वेलकम जी। सत श्री अकाल जी पट्टी साहब जी। सत श्री अकाल। ना खरे ਉਹਦਾ ਨਾ ਜਿਹੜਾ ਸੇਵਾ ਕਰਦਾ ਦੁੱਧ ਭੇਜਦਾ ਮੋਰਚੇ 'ਚ ਤੇ ਉਹਦੇ ਬਾਰੇ ਜੋ ਕਿਸਾਨਾਂ ਨੇ ਉਹਨੂੰ ਸਨਮਾਨਿਤ ਕੀਤਾ ਤੇ ਇਹ ਜਿਹੜੇ ਦੂਜਾ ਗਰੁੱਪ ਆਪਣੇ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੁਹਾਨੂੰ ਲੱਗਦਾ ਵੀ ਉਹ ਥੋੜਾ ਜਿਹਾ ਵੀ ਪਹਿਲਾਂ ਤੋਂ ਚੱਲਦੇ ਦਾ ਉਹ ਬਾਕੀ ਆ ਵੀ ਜਿਹੜਾ ਵੀ ਇਹ ਕਿਸਾਨ ਸੰਯੁਕਤ ਮੋਰਚੇ ਦਾ ਕੋਈ ਮੁੱਦਾ ਹੁੰਦਾ ਉਹਨੂੰ ਹਥਿਆਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਇੱਕ ਕਿਤੇ ਦੇਖੀ ਪੋਸਟ ਕਿ ਉਹ ਦੋ ਬੰਦੇ ਕੋ ਮਾਝੀ ਆ ਉਹਨਾਂ ਦੇ ਕਿਸਾਨ ਮਜ਼ਦੂਰ ਜਿਹੜੀ ਸੰਘਰਸ਼ ਕਮੇਟੀ ਉਹਨਾਂ ਦਾ ਉਹ ਤਿੰਨਾਂ ਚੋਂ ਬੰਦਿਆਂ ਨੇ ਲਿਆ ਕੇ ਰਾਣੇ ਨਾਲ ਫੋਟੋ ਖਿਚਵਾ ਕੇ ਉਹਦੇ ਹੋਰ ਤਾਂ ਉਹ ਪਾਤੀ ਜੀ ਅਸੀਂ ਇਹਦੇ ਹੱਕ 'ਚ ਖੜੇ ਆ, ਇਹਦੇ ਨਾਲ ਇਹ ਕਰਾਂਗੇ ਉਹਦੇ ਨਾਲ ਉਹ ਕਰਾਂਗੇ। ਹਾਲਾਂਕਿ ਕੀਤਾ ਕਰਾਇਆ ਸਾਰਾ ਉਹ ਕਿਸਾਨ ਮੋਰਚੇ ਨੇ। ਤੇ ਤੁਹਾਨੂੰ ਲੱਗਦਾ ਕਿ ਮੁੱਦਾ ਹਥਿਆਉਣ ਦੀ ਹਰ ਉਹ ਆਪਣੇ ਵੱਲ ਨੂੰ ਮਤਲਬ ਕਿ ਕੋਸ਼ਿਸ਼ ਕਰਦੇ। ਤੇ ਦੂਜੀ ਇੱਕ ਚੀਜ਼ ਹੋਰ ਮੈਂ ਸਰ ਪਹਿਲਾਂ ਇੱਥੇ ਰੁਕ ਜੋ, ਹੁਣ ਆਪਾਂ ਗੱਲ ਕਰ ਲਈਏ ਨਾ ਫਿਰ ਅਗਲਾ ਕਨਫਿਊਜ਼ ਹੋ ਜਾਂਦਾ। ਲੰਬੀ ਚੌੜੀ ਤੁਸੀਂ ਗੱਲ ਕੀਤੀ, ਹੋਲਡ ਰੱਖਿਓ ਪਲੀਜ਼। ਹਾਂਜੀ ਜਿਹੜੀ ਵੀਰ ਜੀ ਤੁਸੀਂ ਗੱਲ ਕੀਤੀ ਹੈ, ਪਹਿਲੀ ਗੱਲ ਇਹ ਕਿਸਾਨ ਸੰਘਰਸ਼ ਕਮੇਟੀ ਨੂੰ ਅਸੀਂ ਅਲੱਗ ਕਰਕੇ ਸੰਯੁਕਤ ਮੋਰਚੇ ਤੋਂ ਨਾ ਵੇਖੀਏ ਕਿ ਅੱਜ ਉਹਦਾ ਨੁਮਾਇੰਦਾ ਵੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੁੰਦੀ ਤੇ ਬੈਠਦਾ। ਦੂਸਰੀ ਚੀਜ਼ ਇਹ ਇੱਕ ਦੀ ਗੱਲ ਦੀ ਸਾਰਿਆਂ ਦੀ ਹੋੜ ਲੱਗੀ ਹੁੰਦੀ ਕਿ ਮੈਂ ਪਹਿਲਾਂ ਜਾ ਕੇ ਗੱਲ ਕਰਨਾ, ਮੈਂ ਪਹਿਲਾਂ ਜਾ ਕੇ ਗੱਲ ਕਰਨਾ। ਤੁਹਾਨੂੰ ਪਤਾ ਜੋ ਸਰਕਾਰ ਨਾਲ ਗੱਲਬਾਤ ਚੱਲਦੀ ਸੀਗੀ, ਚਾਹੀਦਾ ਇਹ ਸੀ ਇਹਨਾਂ ਦਾ ਇੱਕ ਸਪੋਕਸ ਪਰਸਨ ਹੁੰਦਾ ਜਿਹੜਾ ਆ ਕੇ ਅੰਦਰ ਦੀ ਆ ਕੇ ਬਾਹਰ ਰਿਪੋਰਟ ਪ੍ਰੈਸ ਨੂੰ ਦਿੰਦਾ ਕਿ ਅੰਦਰ ਗੱਲਬਾਤ ਕੀ ਹੈ। ਇਹ ਵਾਰੀ ਸਾਰੇ ਨਹੀਂ ਜਾਂਦੇ ਸੀਗੇ, ਸਰਕਾਰ ਉਹ ਇਕੱਠੀਆਂ ਕਰੀ ਜਾਂਦੀ ਸੀ ਵੀ ਕਹਿੰਦੇ ਕੀ ਨੇ, ਜਿਹਦੇ ਕਰਕੇ ਕਿਸੇ ਤਲਪਤ ਨਹੀਂ ਲੱਗੀ। ਇਸ ਕਰਕੇ ਇੱਥੇ ਵੀ ਚਾਹੀਦਾ ਵੀ ਜਿਹੜੀ ਵੀ ਗੱਲ ਕਰਨੀ ਸਾਂਝੇ ਰੂਪ ਤੁਸੀਂ ਕਰੋ। ਵੈਸੇ ਅਸੀਂ ਕਿਸੇ ਇਤਰਾਜ਼ ਨਹੀਂ ਕਰਦੇ ਵੀ ਤੁਸੀਂ ਫੋਟੋ ਨੂੰ ਆਈ ਕੇ ਅਸੀਂ ਸਾਥ ਦਿਆਂਗੇ, ਚੰਗੀ ਗੱਲ ਮਾੜੀ ਗੱਲ ਕੋਈ ਨਹੀਂ ਹੈਗੀ। ਲੇਕਿਨ ਇਹਦੇ ਵਿੱਚ ਵੀ ਹੋਰ ਵੀ ਕਈ ਬੰਦੇ ਹੈਗੇ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪਾਈਆਂ ਵੀ ਅਸੀਂ ਫਲਾਣੀ ਜਥੇਬੰਦੀ ਤੋਂ ਅਸੀਂ ਬਿਲਕੁਲ ਨਾਲ ਖੜੇ ਮੁੱਢ ਦਾ ਮੁੱਢ ਜਿਹੜੇ ਕਹਿੰਦੇ ਕੁਰਬਾਨੀ ਦੇ ਤੇ ਬੜਾ ਕੁਛ ਕਿਹਾ ਉਹਨਾਂ ਨੇ। ਚੰਗੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਬੁਲਾਰਾ ਵਾ ਪ੍ਰੈਸ ਵੀ ਜਾ ਕੇ ਉਹਦੇ ਕੋਲ ਬਿਆਨ ਲਵੇ, ਉਹ ਬਿਆਨ ਦੇਵੇ ਵੀ ਅਸੀਂ ਬਿਆਨ ਇੱਥੇ ਕੀ ਦੇਣਾ ਵੇ ਤੇ ਕੀ ਨਹੀਂ ਦੇਣਾ। ਕਿਉਂ ਜਦੋਂ ਇਹ ਵੱਧ ਘੱਟ ਬਿਆਨ ਹੋ ਜਾਂਦੇ ਉਹਦੇ ਤੇ ਸਰਕਾਰ ਨੂੰ ਫਾਇਦਾ ਪਹੁੰਚਦਾ, ਉਹਦਾ ਫਾਇਦਾ ਲੈਂਦੀ ਵੀ ਵੇਖੋ ਜੀ ਆਹ ਗੱਲ ਕਹੀ ਤੇ ਆਹ ਗੱਲ ਕਹੀ, ਉਹ ਨਹੀਂ ਹੋਣਾ ਚਾਹੀਦਾ। ਜੀ ਜੀ ਹਾਂਜੀ ਹਾਂਜੀ। ਤੇ ਉਹਦੇ ਵਿੱਚ ਪੱਟੀ ਸਾਹਿਬ ਮੈਂ ਉਹੀ ਗੱਲ ਜੋੜਦਾ ਕਿ ਜਿੰਨਾ ਆਪਣਾ ਇੱਕ ਫੇਸਬੁੱਕ ਹੀ ਪੱਤਰਕਾਰ ਆ ਨਾ, ਜਿੰਨੇ ਉੱਥੇ ਮਾਈਕ ਲੈ ਕੇ ਪਹੁੰਚੋ ਚਾਵਲੇ ਤੁਸੀਂ ਕਰਦੇ ਹੁੰਦੇ ਨਾ ਕਈ ਵਾਰੀ ਗੱਲਾਂ, ਜਿਨ੍ਹਾਂ ਨੇ ਘਰਾਂ 'ਚ ਵੈਬ ਕੈਮ ਲਾ ਕੇ ਚੈਨਲ ਬਣਾਏ ਹੋ ਆ, ਉਹ ਉਹਨਾਂ ਦੇ ਹਾਲਾਂਕਿ ਉੱਥੇ ਕਵਰੇਜ ਕਰਨਗੇ, ਉਹਨਾਂ ਦੀ ਮੋਰਚੇ ਦੀ ਕੋਈ ਕਵਰੇਜ ਨਹੀਂ। ਉਹਨਾਂ ਦੀ ਕਵਰੇਜ ਇਹੀ ਹੁੰਦੀ ਆ ਕਿਸਾਨ ਲੀਡਰਾਂ ਕੋਲ ਨਹੀਂ ਜਾ ਕੇ ਕਹਿਣਾ ਜੀ ਸਿੱਧੂ ਐਂ ਕਹਿੰਦਾ, ਤੁਸੀਂ ਕਹੋਗੇ ਸਿੱਧੂ ਤੁਹਾਨੂੰ ਐਂ ਕਹਿੰਦਾ। ਉਹਨਾਂ ਕੋਲ ਜਾ ਕੇ ਕਹਿਣਾ ਜੀ ਰਾਜੇਵਾਲ ਤੁਹਾਨੂੰ ਐਂ ਕਹਿੰਦਾ, ਉਹ ਫਲਾਨਾ ਜੀ ਦਾਦੂਵਾਲ ਤੁਹਾਨੂੰ ਐਂ ਕਹਿੰਦਾ, ਜਾਂ ਰੋਲਦੂ ਸਿੰਘ ਤੁਹਾਨੂੰ ਐਂ ਕਹਿੰਦਾ। ਉਹਨਾਂ ਦੀ ਕਵਰੇਜ ਇਹੀ ਆ ਬਸ ਜੀ। ਉਹ ਗੱਲ ਇਹ ਆ ਕਿ ਤੁਸੀਂ ਇੱਕ ਵੀਡੀਓ ਵੇਖੀ ਸੀਗੀ, ਵਾਇਰਲ ਹੋਈ ਸੀਗੀ, ਬਲੈਕਮੇਲ ਕਿਵੇਂ ਕੀਤਾ ਜਾਂਦਾ। ਇਹ ਜਦੋਂ ਜਾਂਦੇ ਨੇ ਨਾ ਤੇ ਆਪਣੇ ਆਕਾ ਨੂੰ ਮਿਲ ਕੇ ਜਾਂਦੇ ਨੇ ਉੱਥੇ ਵੀ ਜਾ ਕੇ ਕਿਹੜਾ ਸਵਾਲ ਪੁੱਛੀਏ, ਉਹ 4-5 ਸਵਾਲ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ, ਉਹ ਜਾ ਕੇ ਉਹੀ ਰਿਪੀਟ ਕਰਨੇ ਤੇ ਉਹਦਾ ਉਹਨਾਂ ਨੂੰ ਪੈਸੇ ਮਿਲਦੇ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਪੱਟੀ ਸਾਹਿਬ ਨੇ ਕੀ ਜਵਾਬ ਦੇਣਾ ਮੈਂ ਦੇ ਦੇਣਾ। ਹਾਂਜੀ ਅਗਲੀ ਕਾਲ ਲੈ ਲੈਣੀ ਜੀ। ਵੈਲਕਮ ਜੀ। ਹਾਂਜੀ ਪੱਟੀ ਸਾਹਿਬ ਤੇ ਚਾਵਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਇਸ ਤੋਂ ਪਹਿਲਾਂ ਖਾਲਸਾ ਜੀ ਤੁਹਾਡੇ ਨਾਲ ਮੈਂ ਗੱਲ ਕਰੀਏ, ਲੰਬੀ ਚੌੜੀ ਹੋ ਜਾਣੀ, 2-4 ਮਿੰਟ ਤੁਸੀਂ ਓਵਰ ਟਾਈਮ ਲੈ ਜਾਣਾ। ਭਾਰਤ ਵਿੱਚ ਡੈਲਟਾ ਪਲੱਸ ਦੇ 40 ਕੇਸ ਸਾਹਮਣੇ ਆਏ ਨੇ ਪੱਟੀ ਸਾਹਿਬ। ਬੜਾ ਖਤਰਨਾਕ ਰੁਝਾਨ ਜਿਹਾ ਇੱਕ ਕੋਰੋਨਾ ਜਿਹੜਾ ਸੀਗਾ ਕੋਵਿਡ-19, ਉਸ ਤੋਂ ਬਾਅਦ ਉਹਦੇ ਰੂਪ ਬਦਲਦੇ ਗਏ ਨੇ। ਇੰਗਲੈਂਡ ਤੋਂ ਬਾਅਦ ਦੁਨੀਆ ਭਰ ਦੇ ਵਿੱਚ WHO ਜਿਹੜਾ ਹੈ ਇਸ ਨੂੰ ਲੈ ਕੇ ਬੜਾ ਚਿੰਤਾ ਦੇ ਵਿੱਚ ਹੈ ਔਰ ਉਹ ਬੜਾ ਫੈਲ ਰਿਹਾ ਹੈ। ਅਜੇ ਇੱਕ ਤਾਂ ਜਿਹੜੀ ਹੈ ਖਤਮ ਨਹੀਂ ਹੋਈ, ਦੂਜੀ ਆ ਜਿਹੜੀ ਇੱਕ ਹੋਰ ਵਿਪਤਾ ਨਵੀਂ। ਕੀ ਕਹਿਣਾ ਚਾਹੋਗੇ? ਜਿਹੜਾ ਇਹ ਡੈਲਟਾ ਪਲੱਸ ਵਾਇਰਸ ਆ ਜੀ, ਇਹ ਵਾਇਰਸਾਂ ਨਾਲੋਂ 1 ਨਹੀਂ 2 ਨਹੀਂ 4 ਨਹੀਂ 10 ਨਹੀਂ 20 ਨਹੀਂ 60 ਤੋਂ ਲੈ ਕੇ 70% ਤੱਕ ਵੱਧ ਖਤਰਨਾਕ। ਓ ਮਾਈ ਗॉड। ਜਿੱਥੇ ਵੀ ਇਹ ਇੰਗਲੈਂਡ 'ਚ ਆਇਆ, ਅਮਰੀਕਾ 'ਚ ਆਇਆ, ਇਹਨੇ ਨੁਕਸਾਨ ਕੀਤਾ। ਸਾਡੀ ਸਰਕਾਰ ਤੇ ਕਹਿ ਰਹੀ ਹੈ ਅਸੀਂ ਟਾਕਰੇ ਲਈ ਬਿਲਕੁਲ ਤਿਆਰ ਹੈ। ਮਹਾਰਾਸ਼ਟਰ ਇੱਕ ਡਾਕਟਰ ਸ਼ਬਾਲ ਸਾਲੂ ਕੇ ਜਿਹੜਾ ਸੀ, ਇਹਨਾਂ ਨੂੰ ਬਹੁਤ ਸਮਾਂ ਪਹਿਲਾਂ ਕਹਿਤਾ ਸੀ ਕਿ ਡੈਲਟਾ ਪਲੱਸ ਵਾਇਰਸ ਆ ਸਕਦਾ।
ਇਹਦੇ ਵਾਸਤੇ ਤਿਆਰੀਆਂ ਹੋਣ ਤੋਂ ਆਰੰਭ ਕਰ ਲਓ। ਤੇ ਉਦੋਂ ਉਹਦਾ ਮਜ਼ਾਕ ਉਡਾਇਆ ਗਿਆ ਸੀ ਕਿ ਝੂਠ ਬੋਲਦਾ ਤੇ ਲੋਕਾਂ ਨੂੰ ਡਰਾ ਰਿਹਾ। ਲੇਕਿਨ ਅੱਜ ਉਹ ਬਿਲਕੁਲ ਗੱਲ ਸਹੀ ਹੋ ਗਈ ਆ। ਜਿਹੜੇ 40 ਕੇਸ ਇੱਥੇ ਇੰਡੀਆ 'ਚ ਇਸ ਵੇਲੇ ਫੜੇ ਗਏ ਨੇ ਆਗੇ ਦੇ, ਜੇ ਇਹ ਕੇਸ ਵੱਧਦੇ ਹੋਰ ਤੇ ਤੀਸਰੀ ਲਹਿਰ ਤੋਂ ਆਉਣ ਤੋਂ ਪਹਿਲਾਂ ਡੈਲਟਾ ਪਲੱਸ ਵਾਇਰਸ ਹੀ ਕੋਈ ਬੜਾ ਵੱਡਾ ਨੁਕਸਾਨ ਕਰੇ। ਲੇਕਿਨ ਸਾਡੇ ਮਾਹਰ ਕਹਿ ਰਿਹਾ ਕਿ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ, ਕੋਈ ਗੱਲ ਨਹੀਂ। ਅਗਲਾ ਤੇ ਉਹਦੇ ਅਸੀਂ ਕੰਟਰੋਲ ਕਰ ਲਾਂਗੇ। ਇਹੀ ਹੈ ਕਿ ਆ ਜਿਹੜਾ ਹੁਣ ਖਾਸ ਤੌਰ ਤੇ ਜਿਹੜਾ ਡੈਲਟਾ ਪਲੱਸ ਦੀ ਗੱਲ ਕਰਦੇ ਹੋ, ਇੰਗਲੈਂਡ ਨੇ ਜਿਹੜਾ ਸੰਤਾਪ ਝੱਲਣਾ ਸ਼ੁਰੂ ਕਰ ਦਿੱਤਾ। ਜੇ ਇੰਗਲੈਂਡ ਤੋਂ ਬਾਹਰ ਇਹ ਫੈਲ ਗਿਆ, ਖਾਸ ਤੌਰ ਤੇ ਜੇਕਰ ਦੂਜੀਆਂ ਕੰਟਰੀਆਂ ਦੇ ਵਿੱਚ, ਯੂਰਪ ਤੋਂ ਬਾਹਰ, ਤੇ ਉਹਦੇ ਵਿੱਚ ਜਿਹੜੀ ਪਹਿਲਾਂ ਹੀ ਦੁਨੀਆ ਇਸ ਵਕਤ ਜਿਹੜੀ ਡਰੀ ਹੋਈ, ਸਹਿਮੀ ਹੋਈ, ਘਬਰਾਈ ਹੋਈ ਹੈ, ਤੇ ਇਹਦਾ ਤੋੜਾ ਜਿਹੜਾ ਚਾਈਨਾ ਤੋਂ ਬਾਅਦ ਭਾਰਤ ਤੇ ਡਿੱਗਦਾ ਨਜ਼ਰ ਆ ਰਿਹਾ। ਜਿਸ ਤਰੀਕੇ ਨਾਲ ਤੁਸੀਂ ਇਹ ਕਿਉਂਕਿ ਉੱਥੋਂ ਦੇ ਲੋਕਾਂ ਦੀ ਇਮਿਊਨਿਟੀ ਸਟਰੋਂਗ ਹੈ, ਤਾਂ ਕਰਕੇ ਸ਼ਾਇਦ ਹੋ ਸਕਦਾ ਕਿ ਇਹ ਇੱਕ ਨਵਾਂ ਛੜਯੰਤਰ ਹੋਵੇ, ਉੱਥੇ ਕੋਈ ਨਵਾਂ ਡੈਲਟਾ ਪਲੱਸ ਜਿਹੜਾ ਕਿ ਵੀ ਇੱਦਾਂ ਤੇ ਸਿੱਧੇ ਨਹੀਂ ਹੋਏ, ਹੋਰ ਤਰੀਕੇ ਨਾਲ ਸਿੱਧੇ ਹੋਈਏ। ਇੱਕ ਬਹੁਤ ਖਤਰਨਾਕ ਰੁਝਾਨ ਹੈ ਤੇ ਇਹ ਇੱਕ ਸਹਿਜ ਦੇ ਵਿੱਚ ਲੈਣ ਵਾਲੀ ਗੱਲ ਨਹੀਂ। ਜਿੱਦਣ ਅਸੀਂ ਕੋਵਿਡ-19 ਦੀ ਪਹਿਲੇ ਦਿਨ ਗੱਲ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਲਾਸ਼ਾਂ ਐ ਡਿੱਗਣੀਆਂ ਨੇ। ਭਾਰਤ ਵਿੱਚ ਤਾਂ ਅਸੀਂ ਪਹਿਲਾਂ ਹੀ ਕਿਹਾ ਸੀਗਾ ਵੀ ਜੇ ਇਹਨਾਂ ਨੇ ਸਾਵਧਾਨੀ ਨਾ ਵਰਤੀ, ਜੇ ਪਿੰਡਾਂ ਦੇ ਵਿੱਚ ਚਲ ਗਿਆ, ਉਹਨਾਂ ਮਤਲਬ ਸਲਮ ਏਰੀਏ ਚਲ ਗਿਆ, ਤੇ ਵੇਖੋ ਕਿਵੇਂ ਕੀ ਬੁਰਾ ਹਾਲ ਹੁੰਦਾ। ਦੇਖ ਹੀ ਲਿਆ ਨਾ ਆਪਾਂ, ਲਾਸ਼ਾਂ ਦਫਨਾਈਆਂ ਗਈਆਂ, ਸਾੜਨ ਤੱਕ ਦਾ ਸਮਾਂ ਨਹੀਂ ਮਿਲਿਆ, ਲੋਕੀ ਲਾਈਨਾਂ 'ਚ ਲੱਗੇ ਹੋਏ ਨੇ। ਅਜੇ ਕਿਹੜਾ ਕੰਟਰੋਲ ਹੋ ਗਿਆ ਉੱਥੇ ਪੂਰਾ? ਅਜੇ ਕਿਹੜਾ ਕੋਈ ਲੋਕੀ ਜਦੋਂ ਮਾੜੀ ਜੀ ਖੁੱਲ ਵਰਤਦੀ ਆ। ਸਾਡੇ ਇੱਥੇ ਇੱਕ ਦਿਨ ਅਸੀਂ ਖੁਸ਼ੀਆਂ ਮਨਾ ਰਹੇ ਸੀਗੇ ਵੀ ICU 'ਚ ਕੋਈ ਵੀ ਮਰੀਜ਼ ਨਹੀਂ ਹੈਗਾ, ਅੱਜ ਵੇਖੋ ਕਿੰਨੇ ICU 'ਚ ਮਰੀਜ਼ ਪਏ ਨੇ। ਇਹ ਖਤਮ ਥੋੜੀ ਹੋ ਰਿਹਾ, ਇਹ ਤਾਂ ਪਤਾ ਨਹੀਂ ਕਿੱਥੇ ਜਾ ਕੇ ਖਤਮ ਹੋਣਾ, ਕਿਹਨੂੰ ਉਹਨੇ ਲੈਣਾ ਅਜੇ। ਚਲੋ ਆਪਾਂ ਕਾਲ ਹੋਰ ਲੈ ਲੈਣੇ ਆ, ਜਿਹੜੇ ਸਾਡੇ ਨਾਲ ਜਥੇਦਾਰ ਸਾਹਿਬ ਨੇ ਖਾਲਸਾ ਜੀ, ਤੇ ਫਿਰ ਲਾਈਨਾਂ 2-3 ਹੋਰ ਫਲੈਸ਼ ਕਰ ਰਹੀਆਂ ਨੇ। ਲੱਗਦਾ 5-7 ਮਿੰਟ ਓਵਰ ਟਾਈਮ ਜਾਵਾਂਗੇ ਅੱਜ ਅਸੀਂ, ਪਰ ਸਾਡੇ ਟੈਕਨੀਸ਼ੀਅਨ ਨੇ ਜਾਣਾ ਹੁੰਦਾ ਜੀ। ਵੈਲਕਮ ਜੀ। ਚਲੋ ਇਉਂ ਹੈ ਬਈ ਮੇਰੇ ਸਵਾਲ ਤਾਂ ਅੱਜ ਜ਼ਿਆਦਾ, ਪਰ ਮੈਂ ਟਾਈਮ ਤੁਹਾਡੇ ਕੋਲ ਸ਼ਾਰਟ ਤੁਸੀਂ ਪਹਿਲਾਂ ਕਰ ਲਿਆ ਕਰੋ ਖਾਲਸਾ ਜੀ। ਤੁਸੀਂ ਪੱਟੀ ਸਾਹਿਬ ਹੁਣ ਤੋਂ ਅੱਧਾ ਘੰਟਾ ਪਹਿਲਾਂ ਆਉਂਦੇ ਨੇ, ਤੇ ਮੈਂ ਬੇਨਤੀ ਕਰਾਂਗਾ ਤੁਸੀਂ ਭਾਵੇਂ ਅੱਧਾ ਘੰਟਾ ਪਹਿਲਾਂ ਘੰਟਾ ਹੀ ਲੈ ਲਿਆ ਕਰੋ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਪਹਿਲਾਂ ਕਰ ਲਿਆ ਕਰੋ। ਹਾਂਜੀ, ਮੈਂ ਪਹਿਲਾਂ ਅੱਜ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਜਦ ਤੋਂ ਹੀ ਜੁੜਿਆ ਹਾਂ। ਅੱਛਾ ਜੀ। ਮੈਂ ਅੱਜ ਸੁਣਿਆ ਹੀ ਹੈ, ਪਰ ਖੈਰ ਮੈਂ ਇੰਨੀ ਗੱਲ ਕਹਾਂਗਾ ਕਿ ਜਿਹੜੇ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੈ ਨਾ, ਉਹ 52 ਲੱਖ ਤੋਂ ਲੈ ਕੇ 1 ਕਰੋੜ ਤੱਕ ਹੈ ਇੰਡੀਆ 'ਚ। ਹੋ ਸਕਦਾ ਕੋਈ ਜਾਣ ਭਾਵੇਂ ਜਿੰਨਾ ਮਰਜ਼ੀ। ਅੱਛਾ, ਹੁਣ ਸਵਾਲ ਇਹ ਹੈ ਕਿ ਇਹ ਮੋਦੀ ਦੀ ਵਜ੍ਹਾ ਨਾਲ ਸਾਰਾ ਕੁਝ ਹੋਇਆ। ਜਦੋਂ ਟਰੰਪ ਇੱਥੇ ਆਇਆ, ਉੱਥੋਂ ਤੋਂ ਲੈ ਕੇ ਕੁੰਭ ਦਾ ਮੇਲਾ, ਕੁੰਭ ਦੇ ਮੇਲੇ ਨੇ ਤਾਂ ਬਹੁਤ ਜ਼ਿਆਦਾ ਕਰੋਨਾ ਜਿਹੜਾ ਫੈਲਾ ਦਿੱਤਾ ਨਾ। ਔਰ ਜਿਹੜੇ ਇਲੈਕਸ਼ਨ ਦੇ ਭੀੜਾਂ ਇਕੱਠੀਆਂ ਕੀਤੀਆਂ, ਉਦੋਂ ਬਿਨਾਂ ਵੀ ਲੋਕਾਂ ਨੇ ਪਰਵਾਹ ਨਹੀਂ ਕੀਤੀ। ਔਰ ਜਿਹੜੇ BJP ਦੇ ਲੀਡਰ ਹੈ, ਉਹ ਆਕਸੀਜਨ ਦੇ ਟਰੱਕ ਘੇਰ ਕੇ ਮਗਰੋਂ ਝੰਡੀਆਂ ਦਿਖਾਉਂਦੇ ਰਹੇ। ਇਹ ਗੱਲਾਂ ਤਾਂ ਹੈਗੀਆਂ ਬਹੁਤ ਦੂਰ। ਹੁਣ ਇਹ ਗੱਲ ਨੂੰ ਛੱਡ ਦਿਓ, ਇੱਥੇ ਇਹਦਾ ਜ਼ਿੰਮੇਵਾਰ ਉਹੀ ਨੇ। ਮੋਦੀ ਦੀ ਵਜ੍ਹਾ ਨਾਲ ਹੀ ਇਹ ਸਾਰਾ ਇੰਡੀਆ ਦੇ ਵਿੱਚ ਉਹ ਲੋਕਾਂ ਦੀ ਮੌਤਾਂ ਹੋਈਆਂ ਜ਼ਿਆਦਾ। ਅਜੇ ਬਸ ਨਹੀਂ ਕੱਲਾ ਵੇਖੋ ਮੋਦੀ ਸਾਹਿਬ ਨੂੰ ਦੋਸ਼ ਦੇਣਾ ਤੇ ਉਹ ਤਾਂ ਮਤਲਬ ਇੱਕ ਤਰਫਾ ਹੋਊਗਾ। ਐਲੀਗੇਸ਼ਨ ਵੇਖੋ ਭਾਵੇਂ ਕਿ ਇੰਟਰਨੈਟ ਤੇ ਆ, YouTube ਤੇ ਆ, Facebook ਤੇ ਆ, ਇਹ ਅਸੀਂ ਤੁਹਾਨੂੰ ਮੌਕਾ ਦੇ ਰਹੇ ਨਾਲ। ਬਾਕੀ ਜਿਹੜੇ YouTube Facebook ਤੇ ਨੇ ਉਹ ਮੌਕਾ ਨਹੀਂ ਦਿੰਦੇ ਗੱਲਬਾਤ ਕਰਨ ਦਾ, ਉਹ ਆਪਣੀ ਡੁਗਡੁਗੀ ਵਜਾ ਕੇ ਤੇ ਉਹ ਗਏ, ਦੋ ਜਾਣੇ ਬਹਿ ਜਾਂਦੇ ਨੇ, ਕਾਲਾਂ ਨਹੀਂ ਲੈਂਦੇ। ਅਸੀਂ ਤੁਹਾਨੂੰ ਕਾਲ ਦਾ ਮੌਕਾ ਦਿੰਦੇ ਕਿਉਂਕਿ ਅਸੀਂ ਪ੍ਰੋਫੈਸ਼ਨਲ ਸਟੂਡੀਓ 'ਚ ਬੈਠੇ ਹੋਏ ਆ ਸਾਡੇ ਸਾਹਿਬ। ਅਸੀਂ ਨਹੀਂ, ਉਹਦੇ ਵਿੱਚ ਮੈਨੂੰ ਬੈਲੈਂਸ ਕਰਨ ਦਾ ਮੌਕਾ ਦਿਓ ਜੀ। ਕਿ ਜੇ ਜਨਤਾ ਨੂੰ ਪਤਾ ਹੈ ਕਿ ਕੋਵਿਡ-19 ਤੁਰਿਆ ਫਿਰਦੇ, ਫਿਰ ਮਾਸਕ ਲਾ ਕੇ ਤੇ ਦੂਜੇ ਨੂੰ ਮਜ਼ਾਕ ਕਰਨਾ ਉਹ ਗੁਨਾਹਗਾਰ ਨਹੀਂ। ਕਾਂਗਰਸ ਨੇ ਕਾਂਗਰਸ ਨੇ ਰੈਲੀਆਂ ਨਹੀਂ ਕੀਤੀਆਂ, ਕਾਂਗਰਸ ਤੋਂ ਬਕਾਇਦਾ ਹੋਰ ਜਿੰਨੀਆਂ ਪਾਰਟੀਆਂ ਉਹਨਾਂ ਨੇ ਰੈਲੀ ਨਹੀਂ ਕੀਤੀਆਂ।
ਧਾਰਮਿਕ ਜਿਹੜੇ ਸਾਡੇ ਸਥਾਨ ਧਾਰਮਿਕ ਸਥਾਨਾਂ ਤੇ ਮੇਲੇ ਨਹੀਂ ਲੱਗਦੇ ਨੇ, ਮੱਸਿਆ ਪੁੰਨਿਆ ਸੰਗਰਾਂਦ ਸਾਡੇ ਨਹੀਂ ਹੁੰਦੀ ਰਹੀ। ਕੁੰਭ ਦਾ ਮੇਲਾ ਜਿਹਦੇ ਚ ਕਰੋੜਾਂ ਲੋਕ ਇਕੱਠੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਉਹਦੇ ਤੇ ਕੱਲਾ ਨਰਿੰਦਰ ਮੋਦੀ ਸਾਹਿਬ ਨੂੰ ਨਹੀਂ ਕਹਿ ਸਕਦੇ ਆਪਾਂ, ਦੁਨੀਆ ਵੀ ਨਾਲ ਕਿਤੇ ਨਾ ਕਿਤੇ ਜ਼ਿੰਮੇਵਾਰ। ਕਿਉਂ ਭੱਟੀ ਸਾਹਿਬ? ਬਜਾਏ ਇਸ ਦੇ ਮੈਂ ਗੱਲ ਨੂੰ ਪੂਰੀ ਕਰਨਾ, ਬਜਾਏ ਇਸ ਦੇ ਕਿ ਡਾਕਟਰ ਇਹਦੇ ਸਟੇਟਮੈਂਟ ਦੇਣ ਜਾਂ ਹੈਲਥ ਮਿਨਿਸਟਰ ਦੇਵੇ, ਸਾਰਿਆਂ ਦੀ ਜਗ੍ਹਾ ਕਰਦਾ ਮੋਦੀ ਉਹ ਸਟੇਟਮੈਂਟ ਦਿੰਦਾ। ਇਹ ਗੱਲ ਤੁਹਾਡੇ ਨਾਲ ਸਹਿਮਤ ਹਾਂ, ਇੱਥੇ ਮੈਂ ਸਹਿਮਤ ਤੁਸੀਂ ਅਸੀਂ ਬੈਠੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਸਾਡੇ ਸੂਬੇ ਦਾ ਮੁੱਖ ਮੰਤਰੀ ਬੋਲਦਾ ਤੇ ਨਾਲ ਐਕਸਪਰਟ ਬੈਠੇ ਹੁੰਦੇ ਨੇ। ਅੱਛਾ, ਤਾਲੀਆਂ ਕਿਹਨੇ ਵਜਾਈਆਂ? ਉਹ ਸੈਲਫੋਨ ਦੀ ਲਾਈਟ ਕਿਹਨੇ ਜਗਾਈ? ਗੋ ਕਰੋਨਾ ਗੋ ਦੇ ਰੌਲਾ ਕਿਹਨੇ ਪਾਇਆ? ਇਹ ਗੱਲ ਸੁਣੋ, ਬਰੀ ਨਹੀਂ ਕਰ ਸਕਦੇ ਤੁਸੀਂ ਉਹਨੂੰ। ਮੈਂ ਸਬੂਤ ਨਾਲ ਗੱਲ ਕਰੂੰਗਾ। ਹੁਣ ਆਜੂਗਾ ਮੈਂ ਉੱਥੇ, ਆ ਜਿਹੜੇ ਬੇਜ਼ਮੀਰੇ ਲੋਕ ਆ ਉਹ ਇਲੈਕਸ਼ਨ ਜ਼ਿਆਦਾ ਲੜਦੇ ਆ, ਜ਼ਮੀਰ ਵਾਲੇ ਤਾਂ ਉਹਦੇ ਚ ਘੱਟ ਹੀ ਨੇ। ਹੁਣ ਅਗਲੀ ਗੱਲ ਵੀ ਸੁਣ ਲਓ। ਤੇ ਆ ਜੇ ਬਾਦਲ ਅਕਾਲੀ ਦਲ ਜਿਹੜਾ ਉਹਦੀ ਬੁਨਿਆਦ ਪਹਿਲਾਂ ਗੁਰੂ ਗ੍ਰੰਥ ਸਾਹਿਬ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਆਪ ਕਰਾਉਂਦੇ ਨੇ ਤੇ ਉਹਦੀ ਪੜਤਾਲ ਸਹੀ ਨਹੀਂ ਕਰਦੇ ਤੇ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਤੇ ਇਹਨਾਂ ਨੂੰ ਗੁਰਦੁਆਰੇ ਜਿਸ ਟਾਈਮ ਇਹ ਪਹੁੰਚਦੇ ਆ, ਜਦ ਦਰਬਾਰ ਸਾਹਿਬ ਪਹੁੰਚਦੇ ਆ, ਇਹਨਾਂ ਨੂੰ ਮੱਥਾ ਟੇਕਣ ਤੋਂ ਰੋਕੋ। ਇਹਨਾਂ ਨੂੰ ਹੱਕ ਨਹੀਂ ਹੈ। ਇਹ ਮੈਂ ਪੱਟੀ ਸਾਹਿਬ ਦੀ ਰਾਏ ਜ਼ਰੂਰ ਲਵਾਂਗਾ, ਤੇ ਗੱਲਾਂ ਤਾਂ ਅੱਜ ਬਹੁਤ ਕਰਨਾ ਇਹਦੇ, ਪਰ ਇੱਥੇ ਹੀ ਬੰਦ ਕਰ ਦੇ। ਚਲੋ ਮਿਹਰਬਾਨੀ, ਥੈਂਕ ਯੂ। ਹਾਂਜੀ, ਜਿਹੜੀ ਖਾਲਸਾ ਜੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਰੱਖ ਦੀ ਗੱਲ ਕੀਤੀ, ਉਹ ਅਸੀਂ ਨਹੀਂ ਰੋਕ ਸਕਦੇ। ਸਾਡੇ ਗੁਰੂ ਦਾ ਸੰਕਲਪ ਹੈ ਤੇ 500 ਛੇਕੀ ਹੋਏ ਜਿਹੜੇ ਬੰਦਿਆਂ ਨੇ ਅਕਾਲ ਤਖਤ ਹਟਾਇਆ ਸੀ ਉਹ ਵੀ ਮੱਥਾ ਟੇਕਦੇ ਨੇ। ਅੱਜ ਵੀ 500 ਛੇਕੇ ਹੋਏ ਬੰਦੇ ਉੱਥੇ ਮੱਥਾ ਟੇਕਦੇ ਨੇ, ਅਸੀਂ ਨਹੀਂ ਰੋਕ ਸਕਦੇ। ਦਰਬਾਰ ਸਾਹਿਬ ਜਾਣ ਤੋਂ ਕਿਸੇ ਨੂੰ ਨਹੀਂ ਰੋਕ ਸਕਦੇ। ਹਾਂ, ਇਹਨਾਂ ਦਾ ਬਾਈਕਾਟ ਕੀਤਾ ਜਾ ਸਕਦਾ। ਉਹ ਬਾਈਕਾਟ ਅਸੀਂ ਕਰਨਾ ਨਹੀਂ ਗਾ। ਕਿਉਂ ਨਹੀਂ ਕਰਨਾ ਕਿ ਬਹੁਤ ਸਾਰੇ ਲੋਕ ਤੇ ਅੱਜ ਵੀ ਜਿਹੜੇ ਇਹਨਾਂ ਦੀ ਝੋਲੀ ਚੁੱਕਣ ਦੇ ਪਿੱਛੇ ਤੁਰੇ ਫਿਰਦੇ, ਭਾਜੀ ਮੈਨੂੰ ਟਿਕਟ ਕੌਂਸਲ ਦੀ ਮਿਲ ਜੂ, ਮੈਂ ਮੈਂਬਰ ਬਣ ਜੂ, ਮੈਂ ਸਰਪੰਚ ਬਣ ਜੂ, ਮੈਂ MLA ਬਣ ਜੂ। ਜਿਹੜੀਆਂ ਭੀੜਾਂ ਨੇ ਉਹਨਾਂ ਲੋਕਾਂ ਦੀਆਂ ਪਿੱਛੇ ਆ, ਜਿਹੜੇ ਲੋਕ ਗੁਰੂ ਨੂੰ ਸਮਰਪਿਤ, ਉਹ ਇਹਨਾਂ ਨੂੰ ਜਿਹੜੀ ਉਹ ਚੁੱਕਤੇ ਨਾਲ ਛੂਹਣ ਨੂੰ ਤਿਆਰ ਨਹੀਂ ਹੈਗੇ। ਲੇਕਿਨ ਜਿਹੜੀ ਦਰਬਾਰ ਸਾਹਿਬ ਦੀ ਐਂਟਰੀ ਆ ਉਹ ਅਸੀਂ ਕਿਸੇ ਕੀਮਤ ਤੇ ਨਹੀਂ ਰੋਕ ਸਕਦੇ, ਨਾ ਰੋਕਣੀ ਚਾਹੀਦੀ ਹੈ। ਕਿ ਜੇ ਅਸੀਂ ਰੋਕਾਂਗੇ ਤੇ ਗੁਰੂ ਦਾ ਸੰਕਲਪ ਜਿਹੜਾ ਵਾ ਉਹ ਦਾਗਦਾਰ ਹੋਏਗਾ। ਤੇ ਨਾ ਰੋਕਿਆ, ਨਿਰੰਤਰੀ ਮੱਥਾ ਟੇਕਣ ਆਉਂਦੇ ਆ, ਰਾਧਾ ਸਵਾਮੀ ਆਉਂਦੇ, ਸਾਰੇ ਆਉਂਦੇ, ਕਿਸੇ ਨੂੰ ਰੋਕਿਆ ਮੱਥੇ ਟੇਕਣ। ਲੇਕਿਨ ਜਿਹੜਾ ਸਾਡਾ ਹੁਕਮਨਾਮਾ ਨਿਰੰਤਰੀ ਦੇ ਖਿਲਾਫ ਹੈਗਾ ਉਹ ਅੱਜ ਵੀ ਇੰਪਲੀਮੈਂਟ ਆ। ਅੱਜ ਵੀ ਲੋਕ ਜਿਹੜੇ ਲੋਕ ਬਾਕੀ ਧਰਮ ਨੂੰ ਆਪਣੇ ਸਮਰਪਿਤ ਨੇ, ਉਹ ਨਿਰੰਕਾਰੀਆਂ ਨੇ ਕਿਸੇ ਸਾਂਝ ਨਹੀਂ ਰੱਖਦੇ। 1978 ਦੇ ਵਿੱਚ ਦਿੱਲੀ ਦੇ ਕਈ ਭਾਪੇ ਇਹੋ ਜਿਹੇ ਸੀ ਜਿਹੜੇ ਨਿਰੰਕਾਰੀਆਂ ਨਾਲ ਉਹਨਾਂ ਦੇ ਆਪਣੇ ਬਿਜ਼ਨਸ ਸਾਂਝੇ ਬਿਜ਼ਨਸ ਅਲੱਗ ਕਰਨੇ ਸੀ। ਭਾਈ ਤੁਹਾਡੀ ਸਾਡੇ ਨਾਲ ਮਿਟਦੀ ਨਹੀਂ, ਜਾਂ ਸਾਡੇ ਪਾਸੇ ਆ ਜਾਓ, ਇਸ ਪਾਸੇ ਛੱਡ ਕੇ ਆ ਜਾਓ, ਕੋਈ ਗੱਲ ਨਹੀਂ। ਠੀਕ ਹੈ, ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ। ਉਹਦਾ ਆਪਣਾ ਲੱਖਾਂ ਰੁਪਏ ਦਾ ਉਦੋਂ ਵੀ ਨੁਕਸਾਨ ਕਰਾਇਆ ਜੀ ਧਰਮੀ ਬੰਦਿਆਂ ਨੇ। ਇਸ ਕਰਕੇ ਅਸੀਂ ਇਹਨਾਂ ਦਾ ਇਹ ਗਈ ਪੇਸ਼ੈਂਟ ਨੂੰ ਅਸੀਂ ਦਰਬਾਰ ਸਿੰਘ ਕੋਈ ਵੀ ਨਹੀਂ ਰੋਕ ਸਕਦਾ। ਤੁਸੀਂ ਜੇ ਸਾਡੇ ਜ਼ਮਾਨਾ ਸੁਣੋ, ਤੁਸੀਂ ਸੋਚੋ ਕਿ ਹਾਂ ਯਾਰ ਦਰਬਾਰ ਚ ਨਹੀਂ ਰੁਕਿਆ ਜਾ ਸਕਦਾ। ਗੁਰੂ ਸਾਹਿਬ ਉਹ ਤਾਂ ਵੇਖੋ ਇਹ ਵੰਡੀਆਂ ਪਾਉਣ ਵਾਲੇ ਨੇ ਇੱਥੇ। ਤਾਂ ਫਿਰ ਜਿਹੜੇ ਦਰਬਾਰ ਸਾਹਿਬ ਦੀ ਮਤਲਬ ਵੇਖੋ ਨਾ ਜੀ, ਜਲਿਆਂਵਾਲੇ ਬਾਗ ਵਾਲੇ ਦੂਜੀ ਹੋ ਗਏ, ਜਨਰਲ GTB ਹੋ ਗਿਆ, ਜਿਹੜਾ BT ਹੈ ਨਾ, ਉਹ ਹੋਰ ਜਿਹੜੇ ਸਰੂਪਾ ਦਿੱਤੇ ਗਏ ਨੇ ਸਮੇਂ ਦਰ ਸਮੇਂ ਦਿੱਲੀ ਦੇ ਵਿੱਚ। ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿਵੇਂ ਭੁੱਲ ਜਾਓਗੇ? ਹਾਂਜੀ, ਕਿਵੇਂ ਮਤਲਬ ਇਹ ਨਾਲ ਦੀ ਨਾਲ ਹੀ ਚੱਲਣਾ। ਇਹ ਤੇ ਸਾਂਝਾ ਦਰ, ਇਹਦਾ ਮਤਲਬ ਇਹ ਹੈ ਕਿ ਇਹ ਦਰ ਵੱਡਾ ਵਾ ਜਿਹੜਾ ਆਪਣੇ ਸੋ ਕਾਲਡ ਕਿਸੇ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਉਹਦੇ ਬਾਵਜੂਦ ਵੀ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਹੈ, ਗੁਰੂ ਨੂੰ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ। ਇਹਦਾ ਮਤਲਬ ਉਹ ਸਿਰਫ ਵਿਖਾਵੇ ਦਾ ਉਸਦੀ ਕੋਈ ਮਜਬੂਰੀ ਹੋਵੇ ਤੇ ਇਸ ਨੂੰ ਉਹ ਵੱਡਾ ਮੰਨਦਾ ਉਹਦੇ ਨਾਲੋਂ, ਦੇਹਧਾਰੀ ਨਾਲੋਂ। ਜਿੱਤ ਵਾ ਇੱਥੇ ਸਾਡੀ ਜਿੱਤ ਆ। ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀ ਜਿੱਤ ਆ। ਚਾਹੇ ਉਹ ਸਰਸੇ ਵਾਲੇ ਸਾਧ ਦੇ ਚੇਲੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਦੇ ਵਿੱਚ ਅਲਾਵਾ ਫੇਰੇ ਲੈਂਦੇ ਨੇ, ਤੇ ਇਹਦਾ ਮਤਲਬ ਉਹਨੂੰ ਵਿਖਾਵੇ ਦਾ ਮੰਨਦੇ ਨੇ। ਅਸਲੀ ਗੁਰੂ ਤਾਂ ਇਹਨੂੰ ਹੀ ਮੰਨਦੇ ਨੇ।
ਜੀ 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 ਮਤਲਬ ਜੇ ਇਹਨੂੰ ਦੂਜਾ ਲੈ ਲਓ, ਚਾਹੇ ABC ਕੋਈ ਵੀ ਆਉਂਦਾ, ਚਲੋ ਹੁਣ ਰਾਧਾ ਸੁਆਮੀ, ਚਲੋ ਉਹ ਇੱਕ ਸੰਸਥਾ ਬੜੀ ਵੱਡੀ ਹੈ, ਤੇ ਉਹਦਾ ਮੁਖੀ ਜੇਕਰ ਆ ਕੇ ਦਰਬਾਰ ਸਾਹਿਬ ਖੁਦ ਨਤਮਸਤਕ ਹੁੰਦਾ, ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ, ਇਹਦਾ ਮਤਲਬ ਵੀ ਉਹ ਦੁਨਿਆਵੀ ਗੁਰੂ ਨਾਲੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਵੱਡਾ ਹੋ ਗਿਆ ਉਹਦੇ ਨਾਲੋਂ, ਹਨਾ? ਝੁਕ ਗਿਆ ਨਾ, ਉਹ ਗੁਰੂ ਝੁਕਿਆ, ਲੋਕਾਂ ਦਾ ਗੁਰੂ ਝੁਕਿਆ, ਕਿਹਦੇ ਅੱਗੇ? ਉਸ ਰੱਬੀ ਬਾਣੀ ਦੇ ਜੋ ਸਾਡਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਉਹਦੇ ਅੱਗੇ ਝੁਕ ਗਿਆ। ਇਹਦਾ ਮਤਲਬ ਉਹ ਨੀਵਾਂ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਉੱਚਾ। ਸੋ ਇਸ ਕਰਕੇ ਏਡੀ ਵਿਸ਼ਾਲ ਸੋਚ ਰੱਖਣੀ ਸਾਨੂੰ ਜ਼ਰੂਰੀ ਹੈ। ਸੋ ਪੱਟੀ ਸਾਹਿਬ, ਦਿਲ ਤਾਂ ਕਰਦਾ ਬਹੁਤ ਕੁਝ ਕਰਨ ਨੂੰ, ਪਰ ਨੂੰ ਸਮਾਂ ਆਗਿਆ ਨਹੀਂ ਦੇ ਰਿਹਾ, ਕਿਉਂਕਿ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਸਾਡੀ ਤੁਹਾਡੀ ਗੱਲਬਾਤ ਫੇਰ ਹੋਣੀ ਹੈ, ਕਿਉਂਕਿ ਕੱਲ ਤੁਸੀਂ ਗੁੱਡ ਮਾਰਨਿੰਗ ਦੇ ਵਿੱਚ ਵੀ ਹਾਜ਼ਰ ਹੋਣਾ ਹੈ। ਸੋ ਦਿਓ ਛੁੱਟੀਆਂ, ਫਿਰ ਰੱਬ ਰਾਖਾ, ਭੁੱਲਾਂ ਚੁੱਕਾਂ ਦੀ ਮਾਫੀ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।